ਅਸੀਂ ਪਹੁੰਚੇ ਹਾਂ ਜੀ ਮੋਹਾਲੀ 7 ਫੇਸ ਬਲੌਂਗੀ ਦੇ ਨੇੜੇ। ਇੱਥੇ ਨੇ ਸਰਦਾਰ ਪ੍ਰਵਿੰਦਰ ਸਿੰਘ ਜੀ, ਜਿਹੜੇ ਆਰਟਿਸਟ ਨੇ, ਸਿੱਖ ਅਜਾਇਬ ਘਰ ਚਲਾਉਂਦੇ ਨੇ, ਬਣਾਇਆ ਇਹਨਾਂ ਨੇ। ਅਤੇ ਇਹਨਾਂ ਦੀ ਬਹੁਤ ਵੱਡੀ, ਮੈਂ ਕਹੂੰਗਾ ਵੀ ਸਿੱਖ ਪੰਥ ਨੂੰ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਵੱਡੀ ਦੇਣ ਆ। ਆਰਟਿਸਟ ਤਾਂ ਬਹੁਤ ਨੇ ਦੁਨੀਆ 'ਚ, ਅੰਤ ਕੋਈ ਨਹੀਂ। ਬੜਿਆਂ ਨੂੰ ਪਰਮਾਤਮਾ ਨੇ ਕਲਾ ਬਖਸ਼ੀ ਹੈ, ਪਰ ਆਪਣੀ ਕਲਾ ਦੇ ਰਾਹੀਂ ਇੱਕ ਅਨਿੱਖੜਵਾਂ ਅੰਗ ਜਿਹੜਾ ਸਾਡੀ ਕੌਮ ਦਾ, ਸਾਡੇ ਪੰਥ ਦਾ, ਜਿਹੜਾ ਕਦੇ ਸਾਡੇ ਨਾਲੋਂ ਵੱਖਰਾ ਨਹੀਂ ਹੋ ਸਕਦਾ, ਉਹ ਸਾਡਾ ਇਤਿਹਾਸ। ਦੋ ਤਰੀਕੇ ਹੁੰਦੇ ਆ ਇਤਿਹਾਸ ਵਾਚਣ ਦੇ, ਜਾਂ ਤਾਂ ਇਤਿਹਾਸਕ ਚੀਜ਼ ਨੂੰ ਦੇਖ ਲਿਆ ਜਾਵੇ ਜਾਂ ਇਤਿਹਾਸ ਬਾਰੇ ਪੜ੍ਹ ਲਿਆ ਜਾਵੇ। ਸੋ ਪੜ੍ਹਾਉਂਦੇ ਤਾਂ ਅਸੀਂ ਬੱਚਿਆਂ ਨੂੰ ਬਹੁਤ ਹੈ, ਆਪਦੇ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ, ਜਾਂ ਹੋਰ ਆਲੇ ਦੁਆਲੇ ਜਾ ਕੇ ਅਸੀਂ ਬੱਚਿਆਂ ਦੇ ਨਾਲ ਜਿਹੜੀ ਹੈ ਸਕੂਲਿੰਗ ਇਤਿਹਾਸ ਦੇ ਉੱਤੇ ਕਰਦੇ ਹਾਂ। ਪਰ ਇੱਕ ਅਸਰ ਹੁੰਦਾ ਦੇਖੇ ਦਾ, ਜਿਹੜਾ ਦੇਖਣ ਨਾਲ ਅਸਰ ਪੈਣਾ ਇਤਿਹਾਸ ਦਾ, ਅਤੇ ਉਹ ਅੱਜ ਦੇਖਣ ਵਾਸਤੇ ਆਏ ਹਾਂ। ਅਤੇ ਮੈਂ ਤਾਂ ਵੈਸੇ ਪਰਸਨਲੀ ਕੰਮ ਲਈ ਕਿਸੇ ਲਈ ਆਇਆ ਸੀ ਇੱਥੇ, ਅਤੇ ਮੇਰਾ ਆਪਦਾ ਭੁਚੰਗੀ ਨਾਲ ਸੀ। ਮੈਂ ਕਿਹਾ ਵੀ ਬੱਚਿਆਂ ਨੂੰ ਦਿਖਾਈਏ, ਕੋਸ਼ਿਸ਼ ਕਰਾਂਗੇ ਹੋਰ ਬੱਚਿਆਂ ਨੂੰ ਵੀ ਲਿਆ ਕੇ ਦਿਖਾਈਏ। ਮੈਂ ਇਹਨਾਂ ਬਾਰੇ, ਪ੍ਰਵਿੰਦਰ ਸਿੰਘ ਜੀ ਬਾਰੇ, ਕਈ ਸ਼ਹੀਦੀ ਜੋੜ ਮੇਲ ਦੇ ਉੱਤੇ, ਕਈ ਜਗ੍ਹਾ ਦੇ ਉੱਤੇ ਇਹਨਾਂ ਦੀ ਮੂਵੀ ਦੇਖੀ ਸੀ, ਪਰ ਮੈਨੂੰ ਮੌਕਾ ਨਹੀਂ ਸੀ ਮਿਲਿਆ ਆਉਣ ਦਾ। ਸੋ ਅੱਜ ਆਓ ਤੁਹਾਨੂੰ ਸਾਰਿਆਂ ਨੂੰ ਇਹ ਦਰਸ਼ਨ ਕਰਵਾਉਂਦੇ ਆਪਾਂ, ਅਤੇ ਨਾਲ ਇਹ ਹੈ ਵੀ ਆਪਾਂ ਬੱਚਿਆਂ ਨੂੰ ਦਿਖਾਉਣਾ ਕੀ ਹੈ। ਸੋ ਬਹੁਤ ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਜੀ। ਅਤੇ ਮੈਂ ਆਪਦੇ ਬੱਚਿਆਂ ਨੂੰ ਵੀ, ਦੇਖੋ ਤੁਸੀਂ ਮੂਵੀਆਂ ਦਿਖਾਉਂਦੇ ਹੋ, ਸਿਨੇਮਿਆਂ 'ਚ ਲਿਜਾ ਕੇ ਹਜ਼ਾਰਾਂ ਰੁਪਈਆ ਖਰਚਦੇ ਹੋ, ਰਾਤਾਂ ਨੂੰ ਘੁੰਮਦੇ ਹੋ, ਅਤੇ ਹਜ਼ਾਰਾਂ ਰੁਪਈਆਂ ਦਾ ਖਾਣਾ ਖਿਲਾਉਂਦੇ ਹੋ ਬੱਚਿਆਂ ਨੂੰ। ਹੁਣ ਜਿਹੋ ਜਿਹਾ ਤੁਹਾਡੇ ਜਵਾਕ ਦੇਖਣਗੇ ਉਹੋ ਜਿਹੀ ਬਣਨਗੇ। ਤੁਸੀਂ ਜਦੋਂ ਉਹਨਾਂ ਦੇ ਰੋਲ ਮਾਡਲ ਬਣਾ ਰਹੇ ਹੋ, ਕੰਨਾਂ 'ਚ ਮੁੰਦਰਾਂ ਵਾਲੇ, ਉਹਨਾਂ ਦੇ ਰੋਲ ਮਾਡਲ ਬਣਾ ਲਏ ਹੋ ਸ਼ਰਾਬਾਂ ਪੀਣ ਵਾਲੇ, ਸੁਲਫੇ ਪੀਣ ਵਾਲੇ, ਸਿਗਰਟਾਂ ਪੀਣ ਵਾਲੇ, ਅਤੇ ਉਹਨਾਂ ਦੇ ਤੁਸੀਂ ਮਾਡਲ ਬਣਾ ਰਹੇ ਹੋ ਪਤਤ ਪੁਣੇ ਵਾਲੇ, ਤਾਂ ਤੁਹਾਡੇ ਜਵਾਕ ਵੀ ਸੁਭਾਵਿਕ ਆ ਉਹੋ ਜਿਹੇ ਹੀ ਬਣਨਗੇ। ਉਹਨਾਂ ਨੇ ਉਹੋ ਜਿਹੀ ਉਹ ਬਿਰਤੀ ਅਪਣਾ ਲੈਣੀ ਹੈ ਜਿਹੋ ਜਿਹਾ ਉਹ ਦੇਖਣਗੇ ਜਾਂ ਸੁਣਨਗੇ। ਲਓ ਹੁਣ ਆਪਾਂ ਇਹਨਾਂ ਨੂੰ ਇੱਥੇ ਤੋਂ ਸਟਾਰਟ ਕਰਦੇ ਹਾਂ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਬੁੱਤ ਬਣਾਇਆ ਸਰਦਾਰ ਪ੍ਰਵਿੰਦਰ ਸਿੰਘ ਜੀ ਨੇ, ਅਤੇ ਸਿਰਫ ਜਾਨ ਨਹੀਂ ਹੈ, ਅਤੇ ਇੱਕ ਵਾਰੀ ਬੱਚੇ ਦੇ ਮਨ 'ਤੇ ਵੀ ਅਤੇ ਸਾਡੇ ਆਪਦੇ ਮਨ 'ਤੇ ਵੀ, ਚਲੋ ਆਪਾਂ ਤਾਂ ਪੜ੍ਹ ਕੇ ਜਿਹੜੇ ਕਹਿੰਦੇ ਨੇ ਟਾਹਣੀ ਪੱਕ ਜਿਹੜੀ ਹੈ ਕੱਚੀ ਹੈ, ਉਹਨੂੰ ਮੋੜਨਾ ਸੌਖਾ ਹੁੰਦਾ। ਜਦੋਂ ਕੋਈ ਚੀਜ਼ ਟਾਹਣਾ ਬਣ ਜਾਵੇ ਉਹਨੂੰ ਫਿਰ ਮੋੜਨਾ ਔਖਾ ਹੈ, ਮੁੜੇ ਨਹੀਂ ਸਕਦੀ ਉਹ, ਤਾਂ ਟਾਹਣਾ ਕਦੇ ਨਹੀਂ ਮੁੜ ਸਕਦਾ, ਟਾਹਣੀ ਮੁੜ ਸਕਦੀ ਆ। ਸੋ ਜੇ ਤਾਂ ਇਹ ਟਾਹਣੀ ਹੈ, ਇਹਨੂੰ ਆਪਾਂ ਮੋੜ ਲਿਆ ਗਲਤ ਪਾਸੇ ਨੂੰ, ਇਹਨੇ ਗਲਤ ਪਾਸੇ ਨੂੰ ਮੁੜ ਜਾਣਾ। ਅਤੇ ਜਿੱਦਣ ਇਹ ਪੱਕ ਗਿਆ ਚੰਗੇ ਪਾਸੇ ਨੂੰ, ਤਾਂ ਫਿਰ ਕੋਈ ਮਾਂ ਦਾ ਪੁੱਤ ਇਹਨੂੰ ਜਿਹੜਾ ਮੋੜ ਨਹੀਂ ਸਕਦਾ। ਆਰੀ ਫੇਰ ਕੇ ਕੱਟ ਤਾਂ ਸਕਦਾ, ਪਰ ਮੋੜਿਆ ਨਹੀਂ ਜਾ ਸਕਦਾ ਟਾਹਣਾ ਕਦੇ ਵੀ। ਸੋ ਇਹ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਸ਼ੇਰੇ ਪੰਜਾਬ, ਜਿਨ੍ਹਾਂ ਨੇ 40 ਸਾਲ ਸਾਡੇ ਇਸ ਧਰਤੀ ਦੇ ਉੱਤੇ ਸਿੱਖ ਰਾਜ ਕਾਇਮ ਕੀਤਾ, ਅਤੇ ਜਿਹਦੇ ਬਾਬਤ ਪਰਲ ਕੇ ਸਬਕ ਵਰਗੀਆਂ ਗੋਰੀਆਂ ਲਿਖਾਰੀਆਂ ਨੇ ਮਹਾਨ ਗੱਲਾਂ ਲਿਖ ਦਿੱਤੀਆਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਨੀਆ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਤਾਂ ਕਦੇ ਹੋਇਆ ਨਹੀਂ। ਅੱਜ 40 ਸਾਲ ਦਾ ਰਾਜ ਕਰਨ ਤੋਂ ਬਾਅਦ, ਭਾਵ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਅੱਜ ਤੋਂ ਬਾਅਦ ਕਿਧਰੇ ਹੋ ਜਾਵੇ ਤਾਂ ਉਹ ਕਹਿੰਦੇ ਅਲੱਗ ਗੱਲ ਹੈ, ਪਰ ਉਹਨਾਂ ਵਰਗਾ ਰਾਜ ਪਹਿਲਾਂ ਕਦੇ ਨਹੀਂ ਹੋਇਆ। 40 ਸਾਲਾਂ ਦਾ ਰਾਜ, ਜਿੱਥੇ ਇੱਕ ਵੀ ਕੋਈ ਬੇਗੁਨਾਹ ਨਹੀਂ ਮਾਰਿਆ ਗਿਆ, ਇੱਕ ਵੀ ਕਤਲ ਨਹੀਂ ਹੋਇਆ, ਇੱਕ ਵੀ ਬਲਾਤਕਾਰ ਨਹੀਂ ਹੋਇਆ, ਕੋਈ ਵੀ ਇਨਸਾਨ ਭੁੱਖਾ ਨਹੀਂ ਸੁੱਤਾ, ਕਿਸੇ ਦੇ ਚੁੱਲ੍ਹੇ 'ਚ ਅੱਗ ਨਹੀਂ ਬੁਝੀ, ਕਿਸੇ ਦੇ ਘਰੇ ਨਜਾਇਜ਼ ਸੱਥਰ ਨਹੀਂ ਵਿਛੇ, ਆਪਣੀ ਆਈ ਦੁਨੀਆ ਹੀ ਤੁਰੀ। ਸੋ ਇਹੋ ਜਿਹਾ ਰਾਜ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਜਿਹੜਾ ਉਹ ਸਾਨੂੰ ਮਿਲਿਆ। ਅਤੇ ਮੈਂ ਆਪਦੇ ਬੱਚਿਆਂ ਨੂੰ, ਇੱਕ ਮਾਣ ਹੁੰਦਾ ਸਾਨੂੰ ਦਿਖਾ ਕੇ ਜਦੋਂ ਇਹੋ ਜਿਹੀਆਂ ਚੀਜ਼ਾਂ ਅਸੀਂ ਆਪਦੇ ਬੱਚਿਆਂ ਦੇ ਨਾਲ ਸ਼ੇਅਰ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਵੱਡੇ ਵੱਡੇ ਧਰਨੇ ਲਾ ਕੇ, ਵੱਡੀਆਂ ਵੱਡੀਆਂ ਸਪੀਚਾਂ ਦੇ ਕੇ ਕੁਛ ਨਹੀਂ ਬਣਨਾ, ਜਿੰਨੀ ਦੇਰ ਆਪਦੀ ਆਉਣ ਵਾਲੀ ਪਨੀਰੀ ਨੂੰ ਨਹੀਂ ਸਾਂਭਦੇ, ਆਪਦੇ ਬੱਚਿਆਂ ਨੂੰ ਨਹੀਂ ਸਾਂਭਦੇ ਤੁਸੀਂ। ਸੋ ਬੇਨਤੀ ਹੈ, ਅੱਗੇ ਆਪਾਂ ਤੁਰਦੇ ਹਾਂ। ਇਹ ਨੇ ਸਤਿਕਾਰਯੋਗ ਅਮਰ ਸ਼ਹੀਦ ਸਿੱਖ ਕੌਮ ਦੀ ਮਹਾਨ ਆਤਮਾ, ਮਹਾਨ ਵਿਦਵਾਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ। 72 ਟੋਟੇ ਤਕਰੀਬਨ ਸਰੀਰ ਦੇ ਗਿਆਨੀ ਮਨੀ ਸਿੰਘ ਜੀ ਦੇ ਹੋਏ। ਇਹਨਾਂ ਨੇ ਅਣਖ ਆਬਰੂ ਲਈ ਇਤਿਹਾਸ ਵੀ ਭਾਈ ਸਾਹਿਬ ਉਹਨਾਂ ਨੇ ਸੰਖੇਪ ਜਿਹਾ ਤਾਂ ਲਿਖਿਆ ਹੋਇਆ ਥੱਲੇ। ਭਾਈ ਮਨੀ ਸਿੰਘ ਜੀ ਨੇ ਦਿਵਾਲੀ ਅੰਮ੍ਰਿਤਸਰ ਵਿੱਚ ਮਨਾਉਣ ਲਈ ਜ਼ਕਰੀਆ ਖਾਨ ਤੋਂ ਆਗਿਆ ਲਈ, ਕੁਝ ਟੈਕਸ ਸਰਕਾਰ ਨੂੰ ਦੇਣਾ ਤੈਅ ਹੋ ਗਿਆ। ਉੱਧਰ ਮੁਗਲਾਂ ਨੇ ਸਿੰਘਾਂ ਨੂੰ ਮਾਰਨ ਦੀ ਯੋਜਨਾ ਬਣਾ ਲਈ। ਭਾਈ ਜੀ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਰਿਮੰਦਰ ਸਾਹਿਬ ਦਾ ਇਕੱਠ ਨਾ ਕੀਤਾ।
सरकार ने भाई जी तो टैक्स की मंग की। हरमंदर साहब चढ़ावा ना चढ़न कारण भाई जी ने टैक्स ना दे सके। उन्होंने गिरफ्तार करके मुसलमान बनने लिए कहा। भाई जी के नाम मनण ते कई तरह के लालच दिते गए। अंत उन्होंने तसीहे दिते गए। आखिरकार बंद कट के शहीद कर दिते गए 1738 ईस्वी दे विच। सो ज्ञानी जी की कौम प्रति एडी ईमानदारी। तो इत्थों एक होर भी मैं आपके बच्चे भी कहूँगा तो तुहानूं भी एक ईमानदारी देखो अपने सिख धर्म के प्रति, अपने पंथ प्रति। जदों ज्ञानी जी ने कहा भी इकट्ठ करना है तो उदों लाहौर सरकार का फरमान आया भी सानू 5000 रुपया टैक्स देना पएगा। हुण ज्ञानी जी ने सोचा भी आपां किहड़ा पैसे इकट्ठे करने वास्ते टैक्स अपना संगत बुलाउणी है, दिवाली मनाउणी है। ये तो सिख संगतां ने कहा भी ज्ञानी जी 6वें पातशाह तो बाद दिवाली नहीं मनाई गई, आपां दिवाली मनाईए। ज्ञानी जी ने हुक्मनामा जारी कर दिता तो सारे सिख पंथ ने कमर कसे कर ले भी हुक्मनामा आया। ये है दरबार साहब के, अकाल तख्त साहब के साडे जथेदारां की जुरत और जथेदारां का किरदार, जिन्हां दी एक कलम के उत्ते सारा सिख पंथ सिर दिंदा सी कि भावें ज्ञानी जी कलम नाल भावें तलवार नाल साडा सिर ला देण, साडा सिर है जिहड़ा वो ज्ञानी जी के चरनां 'च हाज़र है। तां इन्हां ने कहता भी कोई गल नहीं 5000 टैक्स दे देंगे। उन्होंने सोचा भी इत्थे सिख पंथ इकट्ठा होऊगा, आले दुआले तोपां बीड़तियां, सरकारी फौजी अपने ला दिते। तो वो जदों ज्ञानी जी समझदार सी, विद्वान सी बहुत, उन्होंने पता लग्या तो उन्होंने अकाल तख्त साहब ते गए, नाल दी नाले हुक्मनामा जारी किया भी जिहड़ा सिख जिथे आउंदा है उत्थों ही वापस मुड़ जाओ, कोई दिवाली नहीं मनाई जाऊगी। पता सी ज्ञानी जी नूं भी इत्थे इन्हां ने घाण करना सिख पंथ दा। सो सिख मुड़ के वापस, दिवाली लंघ गई, इकट्ठ ना होया। वो कहंदे 5000 टैक्स दिओ। कहंदे जी टैक्स काहदा जदों असीं इकट्ठे नहीं कीता। फिर वो अपनी औकात दे उत्ते आए। वो कहंदे भी देखो स्पष्ट जी गल है सीधी बई सानू सिख लभदे नहीं, जंगलों 'च चले जाते हैं, बहुत औखे लभणे बई तुसीं तुहाडी सिख पंथ सारा गल मनदा, तुसीं एक हुक्मनामा जारी करके सारी कौम नूं उरे बुला दो, उन्हां नूं असीं मार दांगे। तुहाडे नाल वादा रहा तुहानूं लाहौर दे असीं वजीरे आजम लावांगे, भाव मैं अज के शब्दों च कहाँ भी लाहौर सूबा सी, उत्थों के मुख मंत्री बनावांगे तुहानूं सूबेदार, मतलब मुख मंत्री की कुर्सी देवांगे सीधे जे अज के शब्दों च आपां देसी भाषा च गल करिए हालातां दे हिसाब नाल। तां ज्ञानी जी ने बहुत सोहना वचन कहा, कहंदे हो सकदा है मनुखा जीवन मैनूं दोबारा मिल जावे, मनुखा दी जीवन दोबारा मिल सकदा, पर मैनू 4 पातशाहियों के दर्शन गुरु हरराय साहब के, गुरु हरकृष्ण साहब के, गुरु तेग बहादुर महाराज के, गुरु गोबिंद सिंह जी के 4 पातशाहियों के दर्शन इन्हां अखां नाल ते गुरु गोबिंद सिंह जी के हत्थों अमृत की दात मैनू दोबारा नहीं मिलनी। मैं अपने सिख पंथ नाल गदारी नहीं कर सकता। अजकल के जथेदार कुर्सी कायम चाहिए है, गदारी सारे पंथ नाल तैयारी है करन नूं। अज कुर्सी चाहिए है बस। तो पता ही है हुण धरना लग्या, हुणे थोड़े टाइम पहला शमूलीयत करके आए हैं। जिहड़ियां किताबां साडे पंजाब स्कूल सिक्ख्या बोर्ड ने भी मंजूरी दी तो श्रोमणी कमेटी वालों भी छापियां गईयां कई इहो ਜਿਹੇ दस्तावेज जिहदे विच सिख पंथ की इतिहास के नाल खिलवाड़ की गई। उन्हां दे बारे साडे जहेदार का एक बयान नहीं अज तक मूँह चों निकलिया हैगा। तो जिद्दण पाउणियां हुंदियां वोटां तो उदण झट कह दूगा भी फलाना पंथक परिवार है, आ जिहड़ा सिख पंथ के पिठ 'च छुरे मारन वाला परिवार आ उहनूं वोटां पा दे। सो इहो ਜਿਹੇ जथेदार, इहो जिहियां शख्सियतां किरदार वाले ये सी अकाल तख्त साहब के जथेदार। जिद्दण इहो जिहा कोई जथेदार आएगा दावे नाल कहना है उदण कौम जरूर अपना सिर जाके अकाल तख्त साहब ते पेश करेगी आपदे हक्कां वास्ते भी। अज सिर्फ लीडरी है, अज सिर्फ वोटां वास्ते आपदियां कुर्सियां गर्म करन वास्ते कीता जांदा है। ज्ञानी जी ने इन्ना सोहना जवाब दिता, कहंदे मैनूं दोबारा 4 पातशाहियों के दर्शन ते पातशाह के हत्थों अमृत की दात नहीं मिलनी, सो मैं गदारी नहीं कर सकता। कहंदे फिर मौत कबूल है। ज्ञानी जी कहंदे भी ये तो उदणे कबूल नहीं सी जिद्दण अकाल पुरख वाहिगुरू दे बणे सी, उदणे असीं मौत कबूल लई सी। मरण लिखाए मंडल में आए सन ते सिखाया गया, मरना लिखा के मंडल दे विच आए आ, मातलोक च आए आ, ये कबूल है। सो ज्ञानी जी ने जदों ये गल कह दी उन्होंने फिर फतवा ला दिता। तो कई फिर अखौती धर्मी रखे होंदे सी फतवा लाउण वाले, है तो उन्होंने धार्मिक शरह का आसरा लिया हुंदा सी कुरान शरीफ हत्थ च फड़ के, पर वो करते सी मनमानियां। तो उन्हें फतवा ला दिता भी बंद कट दिता जाए। सो ज्ञानी जी का बंद जदों कट्टण लगे, बहुत सोहना चित्र जिहड़ा उकरिया ते बनाए ने
ਭਾਈ ਪ੍ਰਵਿੰਦਰ ਸਿੰਘ ਜੀ ਨੇ। ਸੋ ਸਾਡੇ ਬੱਚਿਆਂ ਦੇ ਦੇਖਣ ਵਾਸਤੇ ਇੱਥੇ ਇੱਕ ਤਰਾਸਦੀ ਵੀ ਹੈ। ਮੈਨੂੰ ਇੱਥੇ ਆ ਕੇ ਮੇਰੇ ਚਿੱਤ 'ਚ ਇੱਕ ਗਮ ਜਿਹਾ ਅੰਦਰ ਉੱਠ ਖੜਿਆ ਵੀ ਸਾਡੀਆਂ ਜਿਹੜੀਆਂ ਧਾਰਮਿਕ ਇਮਾਰਤਾਂ ਸੀ, ਭਾਈ ਪ੍ਰਵਿੰਦਰ ਸਿੰਘ ਉਹਨਾਂ ਦਾ ਵੱਡਾ ਉਪਰਾਲਾ ਹੈ, ਸਾਡੀਆਂ ਧਾਰਮਿਕ ਇਮਾਰਤਾਂ ਸੀ ਬਹੁਤ, ਉਹ ਤਕਰੀਬਨ ਧਰਮ ਦੇ ਨਾਂ 'ਤੇ ਜਾਂ ਸੇਵਾ ਦੇ ਨਾਂ 'ਤੇ ਢਾਹ ਦਿੱਤੀਆਂ ਗਈਆਂ, ਜਿੱਥੇ ਸੰਗਮਰਮਰ ਦੇ ਵੱਡੇ ਵੱਡੇ ਗੁਰੂ ਘਰ ਬਣਾ ਦਿੱਤੇ ਗਏ। ਗੁਰੂ ਘਰ ਲਾਜ਼ਮੀ ਹੈ, ਇੱਕ ਦੀ ਜਗ੍ਹਾ 4-4 ਬਣਾਓ, ਪਰ ਉਹ ਚੀਜ਼ਾਂ ਰੱਖੀਆਂ ਜਾਂਦੀਆਂ ਤਾਂ ਸਾਡੇ ਜਵਾਕਾਂ ਦੇ ਦੇਖਣ ਨਾਲ ਜ਼ਿਆਦਾ ਅਸਰ ਪੈਂਦਾ। ਕਿੱਥੇ ਅਸੀਂ ਸੁਣਾਉਂਦੇ ਹਾਂ ਵੀ ਇੱਦਾਂ ਹੋਇਆ, ਕਿੱਥੇ ਅਸੀਂ ਨਾਲੇ ਲਿਜਾ ਕੇ ਦਿਖਾ ਦੇਣਾ ਵੀ ਇੱਥੇ ਆਹ ਕੁਛ ਹੋਇਆ। ਅਤੇ ਸੁਭਾਵਿਕ ਹੈ, ਜਿੱਥੇ ਸੁਣਾਏ ਹੋਏ ਦਾ 40% ਅਸਰ ਹੁੰਦਾ, ਉੱਥੇ ਦੇਖੇ ਹੋਏ ਦਾ ਉੱਥੇ 80% ਅਸਰ ਹੁੰਦਾ, ਦੁੱਗਣਾ ਅਸਰ ਹੁੰਦਾ ਹੈ। ਅਤੇ ਬਾਕੀ 20% ਤੇ ਮਨ ਦੇ ਉੱਤੇ ਹੈ ਵੀ ਉਹਦੀ ਬਿਰਤੀ ਕਿਹੋ ਜਿਹੀ ਸੀ ਸੁਣਨ ਵੇਲੇ, ਪਰ ਦੇਖਣ ਦਾ ਔਰ ਸੁਣਨ ਦਾ ਬਹੁਤ ਫਰਕ ਹੋਇਆ ਕਰਦਾ। ਤਾਂ ਉਹ ਜਲਾਦ ਲੱਗਿਆ ਜਦੋਂ ਟੋਕਾ ਮਾਰਨ, ਅਤੇ ਗਿਆਨੀ ਜੀ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੇ ਉਹਦਾ ਫੜ ਲਿਆ ਨਾ ਗੁੱਟ ਜਲਾਦ ਦਾ। ਉਹ ਕਹਿੰਦੇ ਕੀ ਗੱਲ, ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਸੀ ਧਾਰਮਿਕ ਦੀਆਂ, ਵੀ ਤੁਸੀਂ ਮੇਰਾ ਹੱਥ ਹੁਣ ਦੁੱਖ ਲੱਗਦਾ, ਦਰਦ ਹੁੰਦਾ? ਕਹਿੰਦੇ ਨਹੀਂ, ਦਰਦ ਨਹੀਂ ਹੁੰਦਾ ਮੇਰੇ, ਮੈਂ ਤੈਨੂੰ ਦੱਸਣਾ ਚਾਹੁੰਦਾ ਬਈ ਤੈਨੂੰ ਹੁਕਮ ਬੰਦ ਕੱਟਣ ਦਾ ਹੋਇਆ, ਅਤੇ ਮੇਰਾ ਬੰਦ ਇੱਥੇ ਤੋਂ ਸ਼ੁਰੂ ਹੋ ਜਾਂਦਾ ਹੈ, ਜਿੱਥੇ ਪਹਿਲਾ ਬੰਦ ਹੈ ਸਾਡੀ ਉਂਗਲ ਦਾ, ਜਿੱਥੋਂ ਪੋਟਾ ਬਣਿਆ, ਇੱਥੋਂ ਕੱਟਣਾ ਸ਼ੁਰੂ ਕਰ। ਤੂੰ ਆਪਣੀ ਡਿਊਟੀ 'ਚ ਕੋਤਾਹੀ ਨਾ ਕਰ, ਕਿਉਂਕਿ ਜਿਹੜਾ ਕਰਮ ਜੋਗੀ ਨਹੀਂ ਉਹ ਧਰਮ ਜੋਗੀ ਨਹੀਂ ਬਣ ਸਕਦਾ। ਤੂੰ ਆਪਣੇ ਕੰਮ ਪ੍ਰਤੀ ਵਫਾਦਾਰ ਹੋ। ਤੈਨੂੰ ਬੰਦ ਕੱਟਣ ਲਈ ਕਿਹਾ ਗਿਆ, ਅਤੇ ਗਿਆਨੀ ਜੀ ਦਾ ਬੰਦ ਕੱਟਿਆ ਗਿਆ। 72 ਟੋਟੇ ਸਰੀਰ ਦੇ ਕੀਤੇ ਗਏ। ਵੈਸੇ ਸਿੱਖਾਂ ਨੂੰ ਦੀਵਾਲੀ ਦਾ ਵੀ ਹੁਣ ਤੇ ਮੈਂ ਕਹਿੰਦਾ ਮਾਫ਼ ਕਰ ਦਿਓ, 5% ਸਿੱਖਾਂ ਨੂੰ ਛੱਡ ਕੇ ਬਾਕੀ ਤਾਂ ਦੀਵਾਲੀ ਵਾਲੇ ਦਿਨ ਚੂਚੇ ਰਿੰਨਣ ਵਾਲੇ ਹੀ ਹੁੰਦੇ ਆ ਜ਼ਿਆਦਾਤਰ। ਗਲਾਸੀ ਗਲੂਸੀ ਲਾਉਣ ਵਾਲੇ ਵੀ ਦੀਵਾਲੀ ਹੈ ਜੀ, ਸਪੈਸ਼ਲ ਸਮਾਂ ਹੁੰਦਾ ਉਸ ਦਿਨ ਦਾ। ਪਰ ਸਾਨੂੰ ਇਤਿਹਾਸਕ ਤੌਰ 'ਤੇ ਸਾਡੇ ਆਪਦੇ ਬੱਚਿਆਂ ਨੂੰ ਜ਼ਰੂਰਤ ਹੈ ਜੇ ਗੱਲਾਂ ਸਿੱਖਣ ਦੀ। ਬਹੁਤ ਸੋਹਣਾ ਜਿਹੜਾ ਭਾਈ ਸਾਹਿਬ ਉਹਨਾਂ ਨੇ ਪੁਤਲਾ ਇਹ ਉਹ ਜਲਾਦਾਂ ਦੇ ਵੀ ਤਿਆਰ ਕੀਤੇ ਨੇ, ਅਤੇ ਗਿਆਨੀ ਜੀ ਦਾ ਵੀ, ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਐਂ ਬੰਦ ਕੱਟਿਆ ਗਿਆ। ਅਤੇ ਅੱਗੇ ਆ ਗਿਆ ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀਆਂ ਦੇ ਲਾਲ। ਇਹਨਾਂ ਬਾਰੇ ਤਾਂ ਮੈਨੂੰ ਇਤਿਹਾਸਕ ਤੌਰ 'ਤੇ ਤਾਂ ਦੱਸਣ ਦੀ ਲੋੜ ਨਹੀਂ, ਬੱਚਿਆਂ ਨੂੰ ਮੈਂ ਕਹਿੰਦਾ ਵੀ ਹੂ ਬਹੂ ਪਤਾ ਹੈ। ਅਤੇ ਦੱਸ ਸਕਦੇ ਹੋ ਵੀ ਇਹ ਕਾਹਦਾ ਚਿੱਤਰ ਬਣਿਆ ਹੋਇਆ? ਇਹ ਭਾਈ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਭਾਈ ਬਾਬਾ ਫਤਿਹ ਸਿੰਘ ਜੀ। ਕਿੱਥੇ ਹੋਈ ਸੀ ਸ਼ਹੀਦੀ? ਇਹ ਉੱਥੇ ਨੀਹਾਂ 'ਚ ਕਿੱਥੇ ਚਿਣੇ ਗਏ ਸੀ? ਹਾਂਜੀ, ਇਹ ਫਤਿਹਗੜ੍ਹ ਸਾਹਿਬ ਜੀ। ਉਦੋਂ ਸਰਹੰਦ ਸੀ, ਹੁਣ ਫਤਿਹਗੜ੍ਹ ਸਾਹਿਬ। ਠੀਕ ਹੈ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕੌਣ ਸੀ ਉੱਥੋਂ ਦਾ ਨਵਾਬ? ਕੌਣ ਸੀ? ਵਜ਼ੀਰ ਖਾਨ। ਵਜ਼ੀਰ ਖਾਨ, ਵੈਰੀ ਗੁੱਡ। ਸੋ ਇਹ ਇਤਿਹਾਸ ਹੈ, ਬੱਚਿਆਂ ਨੂੰ ਤਕਰੀਬਨ ਪਤਾ ਹੀ ਹੈ। ਅਤੇ ਸ਼ਹੀਦੀ ਜੋੜ ਮਿਲਣ ਦਾ ਵੱਡਾ, ਅਤੇ ਉਹ ਭਾਈ ਪ੍ਰਵਿੰਦਰ ਸਿੰਘ ਹੁਣਾਂ ਨੇ ਬਹੁਤ ਰੂਹ ਦੇ ਨਾਲ ਬਣਾ ਕੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਜਿਹੜਾ ਇਤਿਹਾਸ ਪੁਤਲਿਆਂ ਦੇ ਰਾਹੀਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਸਲਾਮ ਹੈ ਵਾਰ-ਵਾਰ। ਅਤੇ ਇੱਥੇ 4 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਾਹਿਬ, ਉਹਨਾਂ ਦੇ ਜੀਵਨ ਦੇ ਉੱਤੇ ਇਤਿਹਾਸਕ ਤੌਰ 'ਤੇ ਉਮਰਾਂ ਲਿਖੀਆਂ ਗਈਆਂ ਨੇ। ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ 18 ਸਾਲ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ 14 ਸਾਲ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ 9 ਸਾਲ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ 6 ਸਾਲ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਮਹਾਨ ਸਿੱਖ ਭਾਈ ਦਿਆਲਾ ਜੀ ਦੇਗੇ 'ਚ ਜਦੋਂ ਉਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਉਬਾਲਿਆ ਗਿਆ, ਜਿੱਥੇ ਹਜ਼ਾਰਾਂ ਦੇ ਇਕੱਠ 'ਚ ਲੋਕਾਂ ਨੇ ਜਲੂਸ ਦੇ ਰੂਪ ਦੇ ਵਿੱਚ ਜਿਹੜੇ ਸਾਡੇ ਵਿਰੋਧੀ ਸੀ ਤਮਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ। ਅਤੇ ਸਿਜਦਾ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ, ਮਹਾਨ ਸਾਡੀ ਕੌਮ ਦੇ ਨਾਇਕਾਂ ਨੂੰ, ਜਿਨ੍ਹਾਂ ਨੇ ਏਡੀਆਂ ਮਹਾਨ ਕੁਰਬਾਨੀਆਂ ਕਰਕੇ ਸਾਡਾ ਸਿਰ ਉੱਚਾ ਚੱਕ ਕੇ, ਧੌਣਾ ਉੱਚੀਆਂ ਚੱਕ ਕੇ ਸਾਨੂੰ ਤੁਰਨ ਦੀ ਜਿਹੜੀ ਹੈ ਤਾਕਤ ਬਖਸ਼ਿਸ਼ ਕੀਤੀ ਹੈ। ਇਹ ਭਾਈ ਦਿਆਲਾ ਜੀ ਦਾ, ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦਿੱਲੀ ਸ਼ਹੀਦ ਕੀਤੇ ਗਏ, ਚਾਂਦਨੀ ਚੌਂਕ 'ਚ ਭਾਈ ਦਿਆਲਾ ਜੀ ਨੂੰ ਦੇਗੇ 'ਚ ਬਿਠਾ ਕੇ ਥੱਲੇ ਅੱਗ ਬਾਲ ਕੇ ਵਿੱਚ ਪਾਣੀ ਪਾ ਕੇ ਉਬਾਲ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਦੇ ਸਿੱਖ
ਗੁਰੂ ਤੇਗ ਬਹਾਦਰ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਗਏ ਵੀ ਇਹਨਾਂ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਨ 'ਚ ਡਰ ਜਾਂ ਬਦਲਾਅ ਪੈਦਾ ਹੋ ਜਾਊਗਾ। ਉਹ ਇਹ ਕਹਿ ਦੇਣਗੇ ਬਈ ਠੀਕ ਹੈ, ਮੈਨੂੰ ਨਾ ਕੁਛ ਕਰਿਓ ਤੇ ਮੈਂ ਤੁਹਾਡਾ ਧਰਮ ਅਪਣਾ ਲੈਣਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂਮੈ ਸਾਕਾ। ਤਿਲਕ ਜੰਜੂ ਨੂੰ ਬਚਾਉਣ ਵਾਸਤੇ, ਤਿਲਕ ਜੰਜੂ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਦੋਂ ਸ਼ਹੀਦੀ ਦਿੱਤੀ, ਉਦੋਂ ਪਹਿਲਾਂ 3 ਸਿੱਖ ਸ਼ਹੀਦ ਕੀਤੇ ਗਏ ਜਿਨ੍ਹਾਂ ਦੇ ਨਾਮ ਭਾਈ ਮਤੀ ਦਾਸ, ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ, ਜਿਹੜੇ ਭਾਈ ਸਾਹਿਬ ਉਹਨਾਂ ਨੇ ਆਪਣੀ ਕਲਾ ਦੇ ਰਾਹੀਂ ਉਸ ਇਤਿਹਾਸ ਨੂੰ ਜਿਉਂਦਾ ਰੱਖਿਆ। ਤੇ ਭਾਈ ਸਤੀ ਦਾਸ ਤੇ ਇਹ ਆ ਭਾਈ ਦਿਆਲਾ ਜੀ ਦਾ ਜਿਹੜਾ ਅੱਗੇ ਆਪਾਂ ਦੇਖਾਂਗੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ। ਇਤਿਹਾਸ ਵੀ ਭਾਈ ਸਾਹਿਬ ਉਹਨਾਂ ਨੇ ਲਿਖ ਕੇ ਲਾਇਆ ਹੋਇਆ। ਇਹ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਪਿਓ ਪੁੱਤਰ ਸੀ। ਇਹ ਪਿਓ ਪੁੱਤਰ 2 ਹੋਏ ਨੇ। ਭਾਈ ਸ਼ਾਹਬਾਜ਼ ਸਿੰਘ ਜੀ ਭਾਈ ਸੁਬੇਗ ਸਿੰਘ ਦੇ ਪੁੱਤ ਸੀ। ਭਾਈ ਸ਼ਾਹਬਾਜ਼ ਸਿੰਘ ਤੇ ਭਾਈ ਸੁਬੇਗ ਸਿੰਘ। ਭਾਈ ਸੁਬੇਗ ਸਿੰਘ ਜੀ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ। ਇਹਨਾਂ ਨੂੰ ਚਰਖੜੀ ਤੇ ਚਾੜ ਕੇ, ਇਹ ਜਬਰ ਜ਼ਿਲ੍ਹਾ ਲਾਹੌਰ ਪਾਕਿਸਤਾਨ ਦੇ ਵਸਨੀਕ ਸੀ। ਭਾਈ ਸੁਬੇਗ ਸਿੰਘ ਸਰਕਾਰੀ ਠੇਕੇਦਾਰ ਸਨ, ਮਤਲਬ ਉਦੋਂ ਦੀ ਜਿਹੜੀ ਸਰਕਾਰ ਸੀ ਉਦੋਂ ਹੀ ਠੇਕੇਦਾਰੀ ਕਰਿਆ ਕਰਦੇ ਸੀ। ਉਹਨਾਂ ਦੀ ਪੰਜਾਬ ਦੇ ਸੂਬੇਦਾਰ ਨਵਾਬ ਜ਼ਕਰੀਆ ਖਾਨ ਜਿਹੜਾ ਲਾਹੌਰ ਦੇ ਵਿੱਚ ਬਹਿੰਦਾ ਹੁੰਦਾ ਸੀ, ਜ਼ਕਰੀਆ ਖਾਨ ਦੀ ਉਹਨਾਂ ਤੱਕ ਪਹੁੰਚ ਸੀ ਕਿਉਂਕਿ ਉਹ ਠੇਕੇਦਾਰ ਸੀਗੇ, ਉਦੋਂ ਅਮੀਰੀ ਸੀ ਕੋਲ। ਉਹ ਸਿੱਖ ਪੰਥ ਦੇ ਵਕੀਲ ਵੀ ਸਨ, ਜਿਨ੍ਹੇ ਉਦੋਂ ਝੂਠੇ ਸਿੱਖਾਂ ਨੂੰ ਮੁਕਾਬਲਿਆਂ ਦੇ ਵਿੱਚ ਚੱਕ ਲਿਆਉਂਦੇ ਸੀ ਬਈ ਝੂਠੇ ਕੇਸਾਂ ਦੇ ਵਿੱਚ ਫਸਾ ਲਿਆ ਜਾਂਦਾ ਸੀ ਵੀ ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਇਹਨਾਂ ਨੇ ਮੁਗਲਾਂ ਦੀਆਂ ਧੀਆਂ ਨਾਲ, ਮੁਗਲਾਂ ਦੇ ਪੁੱਤਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਝੂਠੀਆਂ ਗੱਲਾਂ, ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਉਹਨਾਂ ਨੂੰ ਚੱਕ ਲਿਆ। ਉਹਨਾਂ ਦੀ ਜਿਹੜੀ ਹੈ ਪੈਰਵਾਈ ਕਰਕੇ ਉਹ ਜ਼ਕਰੀਆ ਖਾਨ ਤੱਕ ਪਹੁੰਚ ਕਰਕੇ ਉਹਨਾਂ ਨੂੰ ਛਡਵਾਉਂਦੇ ਵੀ ਸੀ। ਤੇ ਭਾਈ ਸ਼ਾਹਬਾਜ਼ ਸਿੰਘ ਜੀ ਕਾਜੀ ਕੋਲ ਪੜ੍ਹਦੇ ਸੀ। ਉਹਨਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਜੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ। ਕਾਜੀ ਨੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ। ਜਦੋਂ ਕਿਉਂ ਬਣਾਉਣਾ ਚਾਹਿਆ? ਕਿਉਂਕਿ ਭਾਈ ਸ਼ਾਹਬਾਜ਼ ਸਿੰਘ ਸੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ, ਬਹੁਤ ਜ਼ਿਆਦਾ ਚੰਗੀ ਸੂਝ ਵਾਲੇ ਸੀ ਤੇ ਮੁੱਢ ਤੋਂ ਹੀ ਇਹ ਸੁਭਾਅ ਰਿਹਾ ਜਿਹੜੇ ਬਾਹਰੋਂ ਧਰਮੀ ਦਿਖਾਵੇ ਵਾਲੇ ਤੇ ਅੰਦਰੋਂ ਅਧਰਮੀ ਹੋਣ, ਉਹਨਾਂ ਦਾ ਸੁਭਾਅ ਰਿਹਾ ਜ਼ਿਆਦਾਤਰ ਲੋਕ ਸਾਡੇ ਨਾਲ ਜੁੜਨ, ਜ਼ਿਆਦਾਤਰ ਲੋਕ ਸਾਡੇ ਧਰਮ ਦੇ ਵਿੱਚ ਆਉਣ। ਜਦ ਕਿ ਸਾਡੇ ਧਰਮ ਦਾ, ਸਿੱਖ ਧਰਮ ਦਾ ਇਹ ਫਲਸਫਾ ਨਹੀਂ ਵੀ ਅਸੀਂ ਲੋਕਾਂ ਨੂੰ ਸਿੱਖ ਬਣਾਉਣਾ ਹੈ। ਸਾਡੇ ਗੁਰੂ ਨੇ ਤਾਂ ਇੱਕੋ ਕਿਹਾ, ਹੁਕਮ ਪਛਾਨਿਆ ਸੋ ਇੱਕੋ ਜਾਨਾ, ਬੰਦਾ ਕਹੀ ਹੈ ਸੋਈ ਬੰਦਿਆ ਤੂੰ ਬੰਦਾ ਬਣ ਕੇ ਰਹਿ। ਸੋ ਜਬਰੀ ਕਿਸੇ ਨੂੰ ਆਪਣੇ ਧਰਮ 'ਚ ਆਉਣ ਲਈ ਨਹੀਂ ਪ੍ਰੇਰਿਆ ਗਿਆ ਜਾਂ ਕੁੱਟਮਾਰ ਕਰਕੇ ਨਹੀਂ ਇੱਧਰ ਲਿਆਂਦਾ ਗਿਆ। ਉਹ ਮੁਸਲਮਾਨ ਚਾਹੁੰਦਾ ਸੀ ਵੀ ਮੈਂ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਾ ਲਵਾਂ। ਇੰਨਾ ਵਿਦਵਾਨ ਬੱਚਾ, ਇੰਨਾ ਹੋਣਹਾਰ ਬੱਚਾ, ਇੰਨਾ ਇੰਟੈਲੀਜੈਂਟ ਬੱਚਾ ਸਾਡੇ ਧਰਮ 'ਚ ਚਾਹੀਦਾ। ਤੇ ਉਦੋਂ ਫਿਰ ਉਹਨਾਂ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਭਾਈ ਸੁਬੇਗ ਸਿੰਘ ਨੂੰ। ਤੇ ਜਦੋਂ ਉਹ ਨਾ ਮੰਨੇ, ਉਹਨਾਂ ਨੇ ਫਿਰ ਜ਼ਕਰੀਆ ਖਾਨ ਨੂੰ ਝੂਠੀ ਸ਼ਿਕਾਇਤ ਕਰ ਦਿੱਤੀ ਵੀ ਇਹ ਲੜਕਾ ਜਿਹੜਾ ਸ਼ਾਹਬਾਜ਼ ਸਿੰਘ ਹੈ, ਇਹ ਆਪਣੇ ਜਿਹੜੇ ਰੂਹਾਨੀ ਪੈਗੰਬਰ ਹੋਏ ਨੇ ਮੁਗਲਾਂ ਦੇ, ਉਹਨਾਂ ਬਾਰੇ ਗਲਤ ਸ਼ਬਦ ਬੋਲਦਾ ਹੈ, ਉਹਨਾਂ ਦੇ ਖਿਲਾਫ ਬੋਲਦਾ ਹੈ, ਲੋਕਾਂ ਨੂੰ ਉਹਨਾਂ ਪੈਗੰਬਰਾਂ ਤੋਂ ਉਲਟ ਕਰਦਾ ਹੈ ਤੇ ਸਾਡੇ ਧਰਮ ਦੇ ਖਿਲਾਫ ਹੈ। ਤਾਂ ਜ਼ਕਰੀਆ ਖਾਨ ਨੇ ਭਾਈ ਸਾਹਿਬ ਨੂੰ ਚਰਖੜੀ ਤੇ ਚਾੜ ਕੇ, ਆ ਚਰਖੜੀ ਹੈ, ਚਰਖੜੀ ਤੇ ਚਾੜ ਕੇ, ਪਹਿਲਾਂ ਪਿਓ ਖੜਾ ਸੀ, ਪੁੱਤ ਨੂੰ ਸਾਹਮਣੇ ਚਰਖੜੀ ਦੇ ਉੱਤੇ ਚੜਾਇਆ ਗਿਆ। ਉਹਦੇ ਨੋਕੀਲੇ ਮੂਹਰੇ ਲੋਹੇ ਦੇ ਲੱਗੇ ਹੁੰਦੇ ਸੀ। ਉਹਨੂੰ ਇੱਦਾਂ ਜਦੋਂ 2 ਜਣੇ ਘੁਮਾਉਂਦੇ ਸੀ ਤਾਂ ਸਾਰਾ ਸਰੀਰ ਹੈ ਜਿਹੜਾ ਉਹ ਬਿੰਨਿਆ ਜਾਂਦਾ ਸੀ, ਸਾਰੇ ਸਰੀਰ 'ਚ ਮੋਟੇ-ਮੋਟੇ ਸੁਰਾਖ ਹੋ ਜਾਂਦੇ ਸੀ, ਲਹੂ ਸਿੰਮਦਾ ਸੀ। ਇੱਕ ਪਿਓ ਖੜਾ ਕੋਲ ਦੇਖ ਰਿਹਾ। ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀਰਾਂ ਭੈਣਾਂ ਨੂੰ, ਜਿੰਨੇ ਦੇਖ ਰਹੇ ਹੋ ਤੁਸੀਂ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਤੱਕਦੇ ਹਾਂ ਬਈ, ਮੈਂ ਇੱਕ ਪਿਓ ਹੋਣ ਦੇ ਨਾਤੇ ਵੀ ਆਪਣੇ ਪੁੱਤ ਨੂੰ ਕੋਸ਼ਿਸ਼ ਕਰਦਾ ਵੀ ਇਤਿਹਾਸ ਨਾਲ ਜੋੜਿਆ ਜਾਵੇ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹਨਾਂ ਦਾ ਭਵਿੱਖ ਸਵਾਰਨਾ ਬਹੁਤ ਔਖਾ ਹੈ, ਉਹਨਾਂ ਦਾ ਭਵਿੱਖ ਸਾਂਭਣਾ ਬਹੁਤ ਔਖਾ ਹੈ। ਯਾਦ ਰੱਖਿਓ, ਜਿਹੜੇ ਅਤੀਤ ਨੂੰ ਭੁੱਲ ਗਏ, ਆਪਦੇ ਇਤਿਹਾਸ ਨੂੰ ਭੁੱਲ ਗਏ, ਆਉਣ ਵਾਲੇ ਸਮੇਂ 'ਚ ਹਮੇਸ਼ਾ ਗੁਲਾਮੀ ਦੀ ਉਹ ਜ਼ਿੰਦਗੀ ਕੱਟਣਗੇ, ਕਦੇ ਆਜ਼ਾਦ ਨਹੀਂ ਹੋ ਸਕਦੇ। ਸੋ ਤੁਹਾਡੇ ਚਰਨਾਂ 'ਚ ਬੇਨਤੀ ਹੈ, ਆਪਦੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਇਤਿਹਾਸ ਦਿਖਾਓ। ਮੈਂ ਕਹਿੰਦਾ ਇੱਥੇ ਜ਼ਰੂਰ ਆਓ, ਇੱਥੇ ਖਾਸ ਕਰਕੇ ਆਓ, ਕਿਉਂਕਿ ਇੱਥੇ ਅੱਖੀਂ ਦਿਖਦਾ ਸਾਰਾ ਕੁਝ ਹੀ। ਸੋ ਭਾਈ ਸਾਹਿਬ ਉਹਨਾਂ ਨੇ ਜਦੋਂ ਜਵਾਬ ਦੇ ਦਿੱਤਾ ਤੇ ਉਹਨਾਂ ਨੂੰ ਚਰਖੜੀ ਤੇ ਚੜ੍ਹ ਕੇ ਹੁਕਮ ਦੇ ਦਿੱਤਾ ਸ਼ਹੀਦ ਕਰਨ ਦਾ, ਤੇ ਭਾਈ ਸੁਬੇਗ ਸਿੰਘ ਨੇ ਜ਼ੁਲਮ ਦੇ ਖਿਲਾਫ ਇਤਰਾਜ਼ ਕੀਤਾ ਤਾਂ ਨਵਾਬ ਨੇ ਗੁੱਸੇ 'ਚ ਆ ਕੇ ਦੋਹਾਂ ਪਿਓ ਪੁੱਤ ਨੂੰ 1802 ਦੇ ਵਿੱਚ ਜਿਹੜਾ ਚਰਖੜੀ ਤੇ ਚੜ੍ਹ ਕੇ
ਸ਼ਹੀਦ ਕਰ ਦਿੱਤਾ। ਇਹਨਾਂ ਦੇ ਮਹਾਨਾਇਕਾਂ ਦੇ ਨਾਮ ਭਾਈ ਸੁਬੇਗ ਸਿੰਘ ਪਿਤਾ ਜੀ ਤੇ ਭਾਈ ਸਵਾਰ ਸਿੰਘ ਉਹਨਾਂ ਦੇ ਪੁੱਤਰ। ਸੋ ਇਹੋ ਜਿਹੇ ਨਾਇਕਾਂ ਦੀ ਸਾਨੂੰ ਲੋੜ ਹੈ। ਸਾਨੂੰ ਉਹਨਾਂ ਪਿਓ ਪੁੱਤਾਂ ਦੀ ਲੋੜ ਨਹੀਂ ਜਿਨ੍ਹਾਂ ਨੇ ਪੰਜਾਬ ਖਾ ਲਿਆ, ਧਰਮ ਖਾ ਲਿਆ। ਸਾਨੂੰ ਇਹੋ ਜਿਹੇ ਪਿਓ ਪੁੱਤਾਂ ਦੀ ਲੋੜ ਹੈ ਜਿਨ੍ਹਾਂ ਨੇ ਸਾਡੀ ਅਣਖ ਆਬਰੂ ਇੱਜ਼ਤ ਵਾਸਤੇ, ਆਪਦੇ ਕਿਰਦਾਰ ਨੂੰ ਕਾਇਮ ਰੱਖਣ ਵਾਸਤੇ ਚਰਖੜੀਆਂ ਤੇ ਚੜ੍ਹਨਾ ਪ੍ਰਵਾਨ ਕਰ ਲਿਆ। ਸੋ ਅੱਗੇ ਇਹ ਜਿਹੜਾ ਮਹਾਨ ਭਾਈ ਸਾਹਿਬ ਉਹਨਾਂ ਨੇ ਆਪਣੀ ਕਲਾ ਦੇ ਰਾਹੀਂ ਨਿਖਾਰਿਆ, ਇਤਿਹਾਸ ਨੂੰ ਜਿਉਂਦਾ ਰੱਖਿਆ, ਤੇ ਇਹਦੇ ਬਾਰੇ ਅਸੀਂ ਕੀ ਬੋਲੀਏ। ਮੈਂ ਆਪਣੀਆਂ ਮਾਵਾਂ ਭੈਣਾਂ ਜਿੰਨੀਆਂ ਵੀ ਮੇਰੀਆਂ ਦੇਖ ਰਹੀਆਂ ਨੇ ਬਈ, ਅਸੀਂ ਕੀ ਇਹਨਾਂ ਬਾਰੇ ਅਸੀਂ ਕੀ ਬਿਆਨ ਕਰੀਏ। ਬਈ ਤੁਸੀਂ ਬਹੁਤ ਜ਼ਿਆਦਾ ਅਵੇਸਲੇ ਹੋ ਗਏ, ਬੜੇ ਕਮਜ਼ੋਰ ਹੋ ਗਏ। ਇਹੋ ਜਿਹਾ ਸਮਾਂ ਆਇਆ 1750 ਸਨ ਦੇ ਵਿੱਚ। ਕੋਈ 1750 ਕੋਈ ਬਹੁਤਾ ਲੰਬਾ ਪੁਰਾਣਾ ਸਮਾਂ ਨਹੀਂ। ਜੇ ਤੁਸੀਂ ਕਹੋ ਨਾ ਵੀ ਤੁਹਾਡੇ ਇਤਿਹਾਸਕ ਅੰਕੜੇ ਲੱਭਣੇ ਸਾਲਾਂ ਦੇ ਔਖੇ ਨੇ ਜਾਂ ਇਹ ਬੜਾ ਔਖਾ ਕੰਮ ਹੈ, ਇਹ ਬੜਾ ਔਖਾ ਕੰਮ ਨਹੀਂ। 1750 ਤਾਂ 2050 'ਚ ਇਸ ਚੀਜ਼ ਨੂੰ ਮੇਰੇ ਹਿਸਾਬ ਨਾਲ ਜਿਹੜਾ ਹੈ 300 ਸਾਲ ਪੂਰਾ ਹੋਣਾ। 1750 ਨੂੰ 2050 ਦੇ ਵਿੱਚ 300 ਸਾਲ ਹੋਣਾ। ਤੇ 300 ਸਾਲ ਵਿੱਚ ਜੇ ਆਪਾਂ ਆਪਣੀਆਂ ਪੀੜ੍ਹੀਆਂ ਦੇਖੀਏ ਕਿੰਨੀਆਂ ਲੰਘੀਆਂ ਨੇ, ਮੇਰੇ ਹਿਸਾਬ ਨਾਲ ਜੇ ਆਪਣਾ ਇੱਕ ਬਜ਼ੁਰਗ 80 ਸਾਲ ਦਾ ਹੋ ਕੇ ਵੀ ਜਾਂਦਾ ਹੈ ਤਾਂ ਆਪਣੀਆਂ ਸਾਰੀਆਂ ਹੀ 4 ਪੀੜ੍ਹੀਆਂ ਲੰਘੀਆਂ ਨਹੀਂ। ਜੇ ਤੁਸੀਂ 4 ਪੀੜ੍ਹੀਆਂ ਦੇ ਵਿੱਚ ਆਪਣਾ ਇਤਿਹਾਸ ਭੁੱਲ ਗਏ, ਤੁਸੀਂ 4 ਪੀੜ੍ਹੀਆਂ ਦੇ ਵਿੱਚ ਆਪਣਾ ਸਾਰਾ ਕੁਝ ਛੱਡਤਾ, ਤਿਆਗਤਾ। ਸੋ ਇਹ 1750 ਦੇ ਵਿੱਚ ਜਦੋਂ ਪੰਜਾਬ ਦਾ ਗਵਰਨਰ ਮੀਰ ਮੰਨੂ ਦਿੱਲੀ ਦਰਬਾਰ ਦਾ ਸਭ ਤੋਂ ਸਖਤ ਸਿਪਾਹੀ ਸੀ, ਉਹ ਲਿਆ ਕੇ ਗਵਰਨਰ ਲਾਤਾ ਪੰਜਾਬ ਦਾ। ਤੇ ਉਹਨੇ ਫਿਰ ਕਸਮ ਖਾਧੀ ਕਿ ਸਿੱਖਾਂ ਦੇ ਘਰਾਂ ਦੀਆਂ ਬਿੱਲੀਆਂ ਦੇ ਵੀ ਸਿਰ ਵੱਢ ਲਿਓ। ਸਿਰ ਵੱਢਣ ਵਾਸਤੇ ਉਹਨੇ ਆਪਣੇ ਕਰਿੰਦੇ ਭੇਜ ਦਿੱਤੇ ਤੇ ਉਹਨੇ ਨਾਲ ਕਿਹਾ ਵੀ ਜਿੰਨੇ ਬੱਚਿਆਂ ਵਾਲੀਆਂ ਬੀਬੀਆਂ ਹੋਣਗੀਆਂ ਉਹਨਾਂ ਨੂੰ ਗੁਲਾਮ ਬਣਾ ਲਿਆਇਓ, ਜਿਹੜੇ ਉਮਰ 'ਚ ਵੱਡੇ ਹੋਣਗੇ ਉਹਨਾਂ ਨੂੰ ਜਾਨੋਂ ਮਾਰ ਦਿਓ, ਤੇ ਨੌਜਵਾਨ ਤੁਹਾਡੇ ਨਾਲ ਲੜਨਗੇ ਉਹਨਾਂ ਨੂੰ ਖਤਮ ਕਰ ਦਿਓ। ਉਹਨਾਂ ਨੇ ਤਕਰੀਬਨ 183 ਬੱਚਾ ਤੇ ਬੀਬੀਆਂ ਗ੍ਰਿਫਤਾਰ ਕਰਕੇ ਮੀਰ ਮੰਨੂ ਕੋਲ ਲਿਆਂਦੀਆਂ ਬੰਦੀ ਬਣਾ ਕੇ। ਤੇ ਗਲਾਂ 'ਚ ਹਾਰ ਨੇ ਆ ਕੇ ਪੁੱਛਣ ਲੱਗਿਆ। ਮੀਰ ਮੰਨੂ ਕਹਿੰਦਾ ਬੀਬੀਓ ਗੱਲ ਸੁਣੋ, ਤੁਸੀਂ ਮੁਸਲਮਾਨ ਬਣ ਜਾਓ, ਅਜਵਾਕਾਂ ਨੂੰ ਮੁਸਲਮਾਨ ਬਣਾਓ ਆਪਣਿਆਂ ਨੂੰ। ਤੇ ਬੀਬੀਆਂ ਨੇ ਗੱਲ ਕਹੀ ਵੀ ਗੱਲ ਸੁਣ ਮੀਰ ਮੰਨੂ, ਸਾਨੂੰ ਸਾਡਾ ਅੰਜਾਮ ਪਤਾ ਹੈ ਵੀ ਸਾਡੇ ਨਾਲ ਤੂੰ ਕੀ ਕਰਨਾ, ਸੋ ਤੂੰ ਬਹੁਤੀ ਦੇਰੀ ਨਾ ਲਾ, ਆਪਣਾ ਸਮਾਂ ਨਾ ਬਰਬਾਦ ਕਰ, ਸਾਡਾ ਸਮਾਂ ਨਾ ਬਰਬਾਦ ਕਰ, ਅਸੀਂ ਤੇਰੀ ਇੱਕ ਵੀ ਗੱਲ ਨਹੀਂ ਮੰਨ ਸਕਦੀਆਂ। ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਅਜੇ ਜ਼ਿਆਦਾ ਗਰਮ ਹੈ ਮਾਹੌਲ, ਅਜੇ ਨਹੀਂ ਮੰਨਣਾ ਇਹਨਾਂ ਨੇ। ਦੂਜੇ ਦਿਨ ਆਇਆ ਫਿਰ ਉਹੀ ਜਵਾਬ। ਤੀਜੇ ਦਿਨ ਆਇਆ, ਬੀਬੀਆਂ ਕਹਿੰਦੀਆਂ ਸਾਨੂੰ ਪਤਾ ਹੈ ਅਸੀਂ ਆਪਦੇ ਬੱਚੇ ਕਿਵੇਂ ਪਾਲਣੇ ਆ, ਅਸੀਂ ਆਪਦੀ ਆਉਣ ਵਾਲੀ ਪੀੜ੍ਹੀ, ਇਹ ਧਿਆਨ ਦਿਓ, ਉਹਨਾਂ ਕਿਹਾ ਸੀ ਅਸੀਂ ਆਪਦੀ ਆਉਣ ਵਾਲੀ ਪੀੜ੍ਹੀ ਕਿਵੇਂ ਸੰਭਾਲਣੀ ਹੈ ਸਾਨੂੰ ਪਤਾ ਹੈ। ਜਦੋਂ ਉਹਨਾਂ ਕਹਿਣਾ ਵੀ ਆਉਣ ਵਾਲੀ ਪੀੜ੍ਹੀ ਕਿਵੇਂ ਸੰਭਾਲਣੀ ਹੈ ਸਾਨੂੰ ਪਤਾ ਹੈ, ਤਾਂ ਮੀਰ ਮੰਨੂ ਨੇ ਹੁਕਮ ਦਿੱਤਾ, ਕਹਿੰਦਾ ਪਹਿਲਾਂ ਇਹਨਾਂ ਦੇ ਗੋਦੀਆਂ 'ਚੋਂ ਚੱਕ ਕੇ ਆਉਣ ਵਾਲੀ ਪੀੜ੍ਹੀ ਉਹ ਨਾਸ਼ ਕਰੋ, ਇਹਨਾਂ ਦੀ ਆਉਣ ਵਾਲੀ ਪੀੜ੍ਹੀ ਖਤਮ ਕਰੋ। ਉਹ ਕਹਿੰਦਾ ਐਂ ਕਰੋ, ਇਹਨਾਂ ਦੇ ਸਭ ਤੋਂ ਪਹਿਲਾਂ ਬੱਚੇ ਮਾਰੋ, ਇਹ ਆਪੇ ਮੁਸਲਮਾਨ ਬਣਨਗੀਆਂ। ਉਹਨਾਂ ਨੇ ਕੀ ਕੀਤਾ, ਮੈਂ ਕਹੂੰਗਾ ਵੀਰ ਨੂੰ ਵੀ ਉਹ ਦੇਖੋ, ਬੱਚਾ ਚੁੱਕ ਕੇ ਸੁੱਟਦੇ ਸੀ ਉੱਪਰ ਨੂੰ ਤੇ ਥੱਲੇ ਨੇਜਾ ਕਰ ਲੈਂਦੇ ਸੀ, ਮਾਂ ਅੱਖੀਂ ਦੇਖ ਰਹੀ ਆ ਖੜੀ। ਭਾਈ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਚਿੱਤਰ ਉਕਰਿਆ, ਇਤਿਹਾਸ ਨੂੰ ਜਿਉਂਦਾ ਰੱਖਣ ਲਈ ਉਹ ਪੁਤਲਾ ਤਿਆਰ ਕੀਤਾ। ਮਾਂ ਸਾਹਮਣੇ ਦੇਖ ਰਹੀ ਆ ਆਪਣੇ ਪੁੱਤ ਨੂੰ ਖੜੀ, ਵੀ ਨੇਜੇ ਦੇ ਵਿੱਚ ਫਸ ਗਿਆ ਕਿ ਮੇਰਾ ਜਿਉਂਦਾ ਪੁੱਤ ਕਲਕਿਆਰੀਆਂ ਮਾਰਦਾ, ਕਿਉਂ ਬੱਚਾ ਉਹਨੂੰ ਤੇ ਚੀਕਾਂ ਮਾਰਨੀਆਂ ਹੀ ਆ, ਛੋਟੇ ਜਿਹੇ ਤੇ ਲਹੂ ਨਾਲ ਲੱਥ-ਪੱਥ ਹੋ ਗਿਆ। ਤੇ ਮਾਂ ਝੋਲੀ ਅੱਡੀ ਖੜੀ ਆ ਵੀ ਤੁਸੀਂ ਮੇਰੇ ਪੁੱਤ ਨੂੰ ਜਿਉਂਦਾ ਖੋਇਆ, ਮੇਰੀ ਝੋਲੀ ਅੱਡੀ ਹੋਈ ਹੈ, ਮੇਰੇ ਪੁੱਤ ਦੀ ਭਾਵੇਂ ਲਾਸ਼ ਪਾ ਦਿਓ, ਮੈਂ ਆਪਣਾ ਅਕੀਦਾ ਨਹੀਂ ਛੱਡਣ ਲੱਗੀ, ਕਿਰਦਾਰ ਨਹੀਂ ਸੁੱਟਣ ਲੱਗੀ ਆਪਣਾ। ਆਪਦੇ ਪੁੱਤ ਦੀ ਲਾਸ਼ ਲੈਣ ਵਾਸਤੇ ਝੋਲੀ ਅੱਡੀ ਹੋਈ ਆ ਉਸ ਮਾਂ ਨੇ, ਤੇ ਗੋਦੀਆਂ ਦੇ ਵਿੱਚ ਬੱਚੇ ਮਾਵਾਂ ਦੇ। ਤੇ ਉਹ ਤੋਂ ਬਾਅਦ ਇਹਨਾਂ ਨੇ ਬੱਚਿਆਂ ਦੇ ਹਾਰ ਪਾ ਆ ਜਿਉਂਦਿਆਂ ਦੀ ਜਿਵੇਂ ਲੱਤ। ਭਾਈ ਸਾਹਿਬ ਉਹਨਾਂ ਨੇ ਮਿੱਤ ਨਾ, ਮੈਂ ਸਿਰਫ ਇੱਕ ਇੱਥੇ ਆ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਔਰ ਇਤਿਹਾਸ ਨੂੰ ਪਤਾ ਨਹੀਂ ਕਿਵੇਂ ਮਹਿਸੂਸ ਕਰ ਰਿਹਾ। ਤੇ ਭਾਈ ਸਾਹਿਬ ਉਹਨਾਂ ਨੇ ਤਾਂ ਬਸ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਰੰਗ ਭਾਗ ਲਾ ਦਿੱਤੇ ਸਾਡੇ ਇਤਿਹਾਸ ਨੂੰ। ਆ ਦੇਖੋ ਬਿਲਕੁਲ ਇਸ ਤਰ੍ਹਾਂ ਦੀ ਇਹ ਸੱਚਾਈ ਹੈ, ਹੋਇਆ ਇਸ ਤਰ੍ਹਾਂ ਬੀਤਿਆ ਸਮਾਂ। ਇਹ ਬੱਚੇ ਨੂੰ ਮਾਂ ਦੀਆਂ ਅੱਖਾਂ ਦੇ ਸਾਹਮਣੇ ਕੱਟਿਆ ਗਿਆ, 5-5 6-6 ਇੰਚ ਦੇ ਪੀਸ ਉਹਦੇ ਕਰਕੇ, ਲੱਤਾਂ ਲੱਗ, ਬਾਹਾਂ ਲੱਗ, ਗਰਦਨ ਲੱਗ, ਪੇਟ ਲੱਗ,
ਛੋਟਾ ਛੋਟਾ ਸਰੀਰ ਇੱਦਾਂ ਫਿਰ ਪਰੋ ਕੇ ਧਾਗਿਆਂ ਦੇ ਵਿੱਚ ਨੂੰ ਮਾਵਾਂ ਦੇ ਗਲਾਂ 'ਚ ਪਾ ਦਿੱਤਾ ਗਿਆ। 183 ਬੱਚਾ ਸ਼ਾਮ ਤੱਕ, ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕਤਲ ਕੀਤਾ। ਐਵੇਂ ਆ ਦੇਖੋ ਰੱਸੀਆਂ ਦੇ ਵਿੱਚ ਪਾ ਕੇ, ਰੱਸੀਆਂ 'ਚ ਪਾ ਕੇ ਛੋਟੇ ਛੋਟੇ ਹਿੱਸੇ ਕਰਕੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਗਏ। ਔਰ ਮਾਵਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਸਾਰੀਆਂ ਹੀ ਰਹਿਰਾਸ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੀਆਂ ਨੇ। ਅਰਦਾਸ ਕੀ ਕਰਦੀਆਂ ਨੇ? ਰਹਿਰਾਸ ਸਾਹਿਬ ਦੀ ਸਮਾਪਤੀ ਤੋਂ ਬਾਅਦ ਦਾਤਾ ਜੀ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਦੇ 4 ਪਹਿਰ ਸੁੱਖਾਂ ਦੇ ਬਤੀਤ ਕਰਾਉਣੇ। ਤੇ ਸਿਪਾਹੀ ਖੜਾ ਉਹ ਕਿਨਾਰੇ ਤੇ ਜਿਹੜਾ ਡਿਊਟੀ ਤੇ ਖੜਾ ਸੀ, ਉਹ ਕਹਿੰਦਾ ਬੀਬੀਓ ਜੇ ਤੁਹਾਡੇ ਲਈ ਆਹ ਸੁੱਖ ਹੈ, ਤੁਹਾਡੇ ਜਵਾਕਾਂ ਦੇ ਗਲਾਂ 'ਚ ਹਾਰ ਪਾਏ ਹੋਏ ਆ, ਉਹਨਾਂ ਦੇ ਲਹੂ ਨਾਲ ਤੁਸੀਂ ਭਿੱਜੀਆਂ ਬੈਠੀਆਂ, ਜੇ ਇਹ ਤੁਹਾਡੇ ਲਈ ਸੁੱਖ ਹੈ ਤਾਂ ਤੁਹਾਡੇ ਲਈ ਫਿਰ ਦੁੱਖ ਕੀ ਹੈ? ਤਾਂ ਮਾਵਾਂ ਨੇ ਜਵਾਬ ਦਿੱਤਾ, ਸਾਡੇ ਲਈ ਇੱਕੋ ਦੁੱਖ ਹੈ, ਦੁੱਖ ਤਦੇ ਜਾਂ ਵਿਸਰ ਜਾਏ। ਜਦੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਿਸਰਦਾ ਉਦੋਂ ਅਸੀਂ ਦੁਖੀ ਹੁੰਦੀਆਂ, ਨਹੀਂ ਸਾਨੂੰ ਕਦੇ ਦੁੱਖ ਨਹੀਂ ਵਿਆਪਦਾ ਹੈ। ਇਹ ਤੇ ਸਾਨੂੰ ਪਤਾ ਸੀ। ਮੈਂ ਬੇਨਤੀ ਕਰਨਾ ਚਾਹੂੰਗਾ ਸਿੱਖ ਮਾਵਾਂ ਨੂੰ, ਅੱਜ ਤਾਂ ਤੁਹਾਡੇ ਜਵਾਕਾਂ ਦੇ ਗਲਾਂ 'ਚ ਹਾਰ ਨਹੀਂ ਪਾਏ ਜਾ ਰਹੇ ਟੋਟੇ ਟੋਟੇ ਕਰਕੇ, ਤੁਸੀਂ ਆਪੇ ਆਪਣੇ ਜਵਾਕਾਂ ਦੀਆਂ ਕੇਸ ਮੁੰਨ ਤੇ ਉਹਨਾਂ ਦੇ ਆਪੇ ਆਪਣੇ ਜਵਾਕਾਂ ਦੇ ਸਿਰ ਲਾ ਕੇ ਸਿੱਟ ਤੇ ਤੁਸੀਂ। ਅੱਜ ਕਿਹੜਾ ਮੀਰ ਮੰਨੂ ਆ ਜਿਹੜਾ ਤੁਹਾਡੇ ਜਵਾਕਾਂ ਦੇ ਗਲਾਂ 'ਚ ਟੋਟੇ ਕਰਕੇ ਹਾਰ ਪਾਉਂਦਾ ਹੈ? ਤੇ ਤੁਸੀਂ ਆਪਦੇ ਜਵਾਕਾਂ ਨੂੰ ਆਪੇ ਕੰਨਾਂ 'ਚ ਮੁੰਦਰਾਂ ਵਾਲੇ ਬਣਾ ਦਿੱਤਾ, ਆਪੇ ਤੁਸੀਂ ਕਿਹੋ ਜਿਹੇ ਆਪਣੇ ਬੱਚਿਆਂ ਦੇ ਹੁਲੀਏ ਕਿਹੋ ਜਿਹੇ ਬਣਾ ਦਿੱਤੇ ਤੁਸੀਂ। ਤੇ ਤੁਹਾਡੇ ਜਵਾਕ ਫਿਰ ਦਾਅਵੇ ਕਰਦੇ ਨੇ ਜੀ ਅਸੀਂ ਸਿੱਖ ਹਾਂ ਜੀ, ਅਸੀਂ ਸਿੱਖ ਪੰਥ ਦੇ ਵਾਰਸ ਹਾਂ ਜੀ। ਕੋਈ ਸਿੱਖ ਪੰਥ ਆਹ ਸਿੱਖੀ ਹੁੰਦੀ ਆ, ਸਿੱਖ ਪੰਥ ਦੇ ਵਾਰਸ ਇਹੋ ਜਿਹੇ ਹੁੰਦੇ ਨੇ, ਭਾਵੇਂ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾ ਲੈਣਾ, ਰੋਮ ਨਹੀਂ ਕਟਾਉਂਦੇ। ਤੇ ਤੁਹਾਡੇ ਮੂੰਹ ਤੇ ਦਾੜੀਆਂ ਨਹੀਂ, ਸਿਰਾਂ ਤੇ ਕੇ ਨਹੀਂ, ਤੁਸੀਂ ਸਿੱਖ ਪੰਥ ਦੇ ਖਸਮ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਅਸੀਂ ਜਾ ਕੇ ਮਾਲਕ ਬਣ ਗਏ। ਸੋ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਇਹੋ ਜਿਹਾ ਕਿਰਦਾਰ ਸਾਂਭੋ, ਆਪਦੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜੋੜ ਦਿਓ। ਇਤਿਹਾਸ ਬਰੂਦ ਹੋਇਆ ਕਰਦਾ, ਕਿਸੇ ਵੀ ਕੌਮ ਦਾ ਇਤਿਹਾਸ ਹੋਵੇ, ਇਤਿਹਾਸ ਬਰੂਦ ਹੁੰਦਾ ਹੈ। ਯਾਦ ਰੱਖਿਓ, ਜੇ ਇਹਨਾਂ ਦੀਆਂ ਨਾੜਾਂ ਦੇ ਵਿੱਚ ਬਰੂਦ ਹੈ ਨਾ, ਕੋਈ ਮਾਂ ਦਾ ਲਾਲ ਇਹਨਾਂ ਨੂੰ ਗੁਲਾਮ ਨਹੀਂ ਬਣਾ ਸਕਦਾ, ਕੋਈ ਇਹਨਾਂ ਦੇ ਆ ਕੇ ਸੀਖ ਨਹੀਂ ਲਾ ਸਕਦਾ। ਬਰੂਦ ਦੇ ਢੇਰ ਨੂੰ ਸੀਖ ਲਾਉਣੀ ਸੌਖੀ ਨਹੀਂ ਹੁੰਦੀ, ਨਾਲ ਆਪ ਵੀ ਚੱਲਣਾ ਪੈਂਦਾ। ਕੌਣ ਇਹਨਾਂ ਨੂੰ ਆ ਕੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਲੂਗਾ ਜੇ ਇਹ ਇਤਿਹਾਸ, ਇਹ ਬਰੂਦ ਇਹਨਾਂ ਦੀਆਂ ਨਾੜਾਂ ਦੇ ਵਿੱਚ ਜਿਉਂਦਾ। ਸੋ ਅਗਲਾ ਜਿਹੜਾ ਭਾਈ ਸਾਹਿਬ ਉਹਨਾਂ ਨੇ ਤਿਆਰ ਕੀਤਾ ਉਹ ਅਮਰ ਸ਼ਹੀਦ ਸਤਿਕਾਰਯੋਗ ਗਿਆਨੀ ਮਤੀ ਦਾਸ ਜੀ, ਭਾਈ ਮਤੀ ਦਾਸ ਜੀ, ਉਹਨਾਂ ਦਾ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਚਾਂਦਨੀ ਚੌਂਕ ਦੇ ਵਿੱਚ ਜਿਹੜਾ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ, ਸਿਰ ਤੇ ਆਰਾ ਚਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਅੱਖਾਂ ਦੇ ਸਾਹਮਣੇ। ਤੇ ਜਦੋਂ ਤਿੰਨਾਂ ਸਿੱਖਾਂ ਦੀ ਸ਼ਹੀਦੀ ਹੋ ਗਈ ਨਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ ਰੂਹ 'ਚ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ, ਤੇ ਭਾਈ ਦਿਆਲਾ ਜੀ ਨੂੰ ਦੇਗੇ 'ਚ ਵਾਲ ਦਿੱਤਾ ਗਿਆ। ਪਾਤਸ਼ਾਹ ਨੂੰ ਆ ਕੇ ਕਾਜ਼ੀ ਕਹਿੰਦਾ ਕੋਈ ਕਰਾਮਾਤ ਦਿਖਾ ਦਿਓ, ਮੈਂ ਔਰੰਗਜ਼ੇਬ ਨੂੰ ਸਿਫਾਰਿਸ਼ ਕਰ ਦਾਂਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਰਾਮਾਤੀ ਨੇ, ਇਹਨਾਂ ਦੀ ਜਾਨ ਬਖਸ਼ ਦਿਓ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਾਜੀ ਕਰਾਮਾਤਾਂ ਤਾਂ ਤੈਨੂੰ 3 ਦਿਖਾਈਆਂ, ਤੇ ਦੇਖੇ ਨਹੀਂ ਹੋਈਆਂ। ਕਰਾਮਾਤਾਂ ਤਾਂ ਅਸੀਂ ਦਿਖਾ ਚੁੱਕੇ ਹਾਂ, ਤੇ ਦੇਖੇ ਨਹੀਂ ਹੋਈਆਂ। ਕਹਿੰਦਾ ਜੀ ਕਿਹੜੀਆਂ? ਤੁਸੀਂ ਆਪਣੀ ਸ਼ਰ੍ਹਾ ਤੋਂ ਉਲਟ ਹੋ ਕੇ, ਇਨਸਾਨੀਅਤ ਦੇ ਖਿਲਾਫ ਹੋ ਕੇ, ਤੁਸੀਂ ਆਪਣੇ ਧਰਮ ਤੋਂ ਆਕੀ ਹੋ ਕੇ, ਔਰ ਐਡੇ ਕਾਇਰ ਬਣ ਕੇ, ਐਡੇ ਘਟੀਆ ਮਾਨਸਿਕਤਾ ਦੇ ਮਾਲਕ ਬਣ ਕੇ 3 ਸਿੱਖਾਂ ਨੂੰ ਅੰਤਾਂ ਦੇ ਦੁੱਖ ਦੇ ਕੇ ਸ਼ਹੀਦ ਕੀਤਾ ਹੈ। ਕਿਸੇ ਵੀ ਸਿੱਖ ਨੇ ਮੂੰਹ 'ਚੋਂ ਸੀ ਉਚਾਰੀ ਹੈ? ਕਹਿੰਦਾ ਨਹੀਂ। ਮਹਾਰਾਜ ਕਹਿੰਦੇ ਇਦੋਂ ਵੱਡੀ ਕਰਾਮਾਤ ਦੁਨੀਆ ਤੇ ਨਹੀਂ ਹੋ ਸਕਦੀ, ਜਾਂ ਲੱਭ ਲਈ ਜੇ ਇਹੋ ਜਿਹੀ ਕਰਾਮਾਤ ਮਿਲ ਗਈ ਕਿਤੇ। ਸੋ ਇਹ ਕਰਾਮਾਤਾਂ ਸੀ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਸਿਖਾਈਆਂ, ਤੇ ਅਸੀਂ ਕਰਦੇ ਹੀ ਰਹਿਣਾ ਹਮੇਸ਼ਾ। ਇਹ ਕਰਾਮਾਤਾਂ ਨੇ। ਹੋਰ ਅਸੀਂ ਆ ਮੁੰਡੇ ਦੇਣੇ ਵਾਲੀਆਂ ਕਰਾਮਾਤਾਂ ਸਾਡੇ ਧਰਮ 'ਚ ਨਹੀਂ, ਜਿਹੜਾ ਅੱਜ ਪਖੰਡ ਚੱਲਿਆ ਹੋਇਆ, ਸਾਡੇ ਬਾਬਿਆਂ ਨੇ ਫੜ ਲਿਆ। ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਉਹਨੂੰ ਦੇ ਤੇ ਲੈਚੀਆਂ ਕਰਕੇ ਧਾਗੇ ਦੇ ਤੇ ਦਰਵਾਜ਼ਿਆਂ ਨਾਲ ਬੰਨ੍ਹ ਲਿਓ, ਕਾਰਾਂ ਦੀਆਂ ਹੈਂਡਲਾਂ ਨਾਲ ਬੰਨ੍ਹ ਲਿਓ। ਇਹੋ ਜਿਹੇ ਪਖੰਡ ਸਾਡੇ ਧਰਮ 'ਚ ਨਹੀਂ ਸੀ। ਅਸੀਂ ਤੇ ਇਹਨਾਂ ਦੇ ਇਹ ਕਿਰਦਾਰ ਦੇ ਮਾਲਕ ਸੀ, ਤੇ ਇਹਦੇ ਹੀ ਰਹਿਣਾ ਬਣ ਕੇ। ਅਗਲਾ ਜਿਹੜਾ ਭਾਈ ਸਾਹਿਬ ਨੇ ਇਤਿਹਾਸ ਸਾਂਭਿਆ ਉਹ ਸਤਿਕਾਰਯੋਗ, ਤਿਆਗ ਦੀ ਮੂਰਤ, ਸੇਵਾ ਦੇ ਮਹਾਨ ਪੁੰਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਮਹਾਨ ਸ਼ਹੀਦ, ਜਿਨ੍ਹਾਂ ਦੀ ਸ਼ਹੀਦੀ 1745 ਦੇ ਵਿੱਚ ਹੋਈ ਹੈ। ਔਰ ਭਾਈ ਤਾਰੂ ਸਿੰਘ ਜੀ ਇਤਿਹਾਸ ਵੀ ਭਾਈ ਸਾਹਿਬ ਉਹਨਾਂ ਨੇ ਲਿਖਿਆ।
ਕਿ ਇਹ ਤਾਂ ਤਕਰੀਬਨ ਜਿਹੜੇ ਜਾਣਨ ਵਾਲੇ ਨੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਵੀ ਹੈ ਵੀ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦੇ ਰਹਿਣ ਵਾਲੇ ਸੀ ਅਤੇ ਬਹੁਤ ਵੱਡੀ ਸੇਵਾ ਗੁਰੂ ਨਾਨਕ ਦੇ ਘਰ ਦੀ ਲੰਗਰ ਦੀ ਸੇਵਾ ਸਾਂਭੀ ਹੋਈ ਸੀ। ਅਤੇ ਇਹ 'ਤੇ ਮੂਵੀ ਵੀ ਬਣੀਆਂ ਹੋਈਆਂ ਨੇ, ਮੂਵੀਆਂ ਵੀ ਬਹੁਤ ਆ ਬੱਚਿਆਂ ਨੇ ਸ਼ਾਇਦ, ਪਰ ਤੁਸੀਂ ਸ਼ੌਂਕ ਨਹੀਂ ਰੱਖਦੇ। ਤੁਸੀਂ ਤਾਂ ਉਹੀ ਬਸ ਵੀ ਚਲੋ ਚੰਡੀਗੜ੍ਹ ਦੇ ਮੌਲਾਂ ਦੇ ਵਿੱਚ ਜਲ ਕੇ ਉਹ ਕੰਜਰਖਾਨੇ ਵਾਲੀਆਂ ਮੂਵੀਆਂ ਜਵਾਕਾਂ ਨੂੰ ਦਿਖਾ ਲਿਆਈਏ ਵੀ ਕਿਵੇਂ ਕਿਸੇ ਦੀਆਂ ਕੁੜੀਆਂ ਭਜਾਈ ਦੀਆਂ ਨੇ, ਕਿਵੇਂ ਨਸ਼ੇ ਕਰੀਦੇ ਆ, ਕਿਵੇਂ ਕਬਜ਼ੇ ਲਈਦੇ ਆ। ਅਤੇ ਮੂਵੀਆਂ ਵਾਲੇ ਇਹੀ ਕੁਛ ਸਿਖਾ ਰਹੇ ਆ ਅੱਜ, ਹੋਰ ਕੀ ਸਿਖਾ ਰਹੇ ਆ? ਅਤੇ ਉਹ ਦੱਸ ਰਹੇ ਹੋ, ਉਹ ਸਿਖਾ ਰਹੇ ਹੋ। ਗੁੱਸਾ ਨਾ ਮਨਾਇਓ, ਇਹ ਦਿਖਾ ਕੇ ਹੀ ਰਾਜੀ ਨਹੀਂ ਹੈਗੇ ਅਸੀਂ ਆਪਦੇ ਜਵਾਕਾਂ ਨੂੰ। ਸੋ ਭਾਈ ਤਾਰੂ ਸਿੰਘ ਹੋਣਾ ਨੇ ਜਦੋਂ ਲੰਗਰ, ਮਹਾਨ ਲੰਗਰ ਗੁਰੂ ਦਾ, ਇਹ ਮਰਿਆਦਾ ਟੁੱਟਣ ਨਾ ਦਿੱਤੀ। ਇਹ ਦਰਬਾਰ ਲਾਹੌਰ ਨੂੰ ਚੰਗਾ ਨਹੀਂ ਸੀ ਲੱਗਦਾ ਅਤੇ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਭਾਈ ਸਾਹਿਬ ਨੂੰ ਜਿਹੜਾ ਗ੍ਰਿਫਤਾਰ ਕਰਿਆ। ਅਤੇ ਜਦੋਂ ਭਾਈ ਸਾਹਿਬ ਨੇ ਇੱਕੋ ਗੱਲ ਕਹੀ ਨਾ, ਕਹਿੰਦੇ ਇਹ ਸਿੱਖੀ ਹੈ, ਕਹਿੰਦੇ ਫਿਰ ਤੂੰ ਲੰਗਰ ਬੰਦ ਕਰ। ਕਹਿੰਦੇ ਨਹੀਂ, ਮੈਂ ਸਿੱਖੀ ਨਿਭਾਉਣ ਵਾਸਤੇ ਲੰਗਰ ਚਲਾਉਂਦਾ ਰਹਿਣਾ ਹੈ ਅਤੇ ਮੈਂ ਤਾਂ ਗੁਰੂ ਨੂੰ ਇੱਕੋ ਅਰਦਾਸ ਕਰਦਾ ਵੀ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਉਹ ਕਹਿੰਦੇ ਕੇਸ ਨਹੀਂ ਰਹਿਣ ਦੇਣੇ। ਬਈ ਉਹ ਜ਼ਰੂਰ ਸੁਣਿਓ, ਮੈਂ ਨਹੀਂ ਕਹਿੰਦਾ ਵੀ ਸਿੱਖ ਪੰਥ ਕਿਸੇ ਇਕੱਲੇ ਕੇਸਾਂ ਵਾਲੇ ਦਾ ਦੂਜੇ ਦਾ ਹੈ ਨਹੀਂ, ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੱਖਾ ਤੇਰੇ ਦੇਹ ਨਾਲ ਮੇਰਾ ਕੋਈ ਸਮਝੌਤਾ ਨਹੀਂ, ਮੇਰਾ ਸਮਝੌਤਾ ਰਹਿਤ ਨਾਲ ਆ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾਂ ਸਿੱਖ ਨਹੀਂ ਹੋ ਸਕਦਾ। ਇਹਨਾਂ ਯੋਧਿਆਂ ਨੇ ਰਹਿਤ ਸਾਂਭੀ ਆ। ਮਤਲਬ ਹੁਣ ਇਹ ਵੀ ਜੇ ਇਹਨਾਂ ਨੂੰ ਆਫਰ ਦਿੱਤੀ ਸੀ ਵੀ ਤੁਸੀਂ ਕੇਸ ਲਹਾ ਦਿਓ, ਲੰਗਰ ਛਕਾਈ ਚੱਲੋ। ਤੁਸੀਂ ਪੂਲੇ ਪਿੰਡ 'ਚ ਜਿਵੇਂ ਬਾਕੀ ਲੋਕ ਕੇਸ ਕੱਟ ਕੇ ਰਹਿੰਦੇ ਆ, ਕੁਛ ਹਿੰਦੂ ਵੀ ਰਹਿੰਦੇ ਸੀ, ਮੁਸਲਮਾਨ ਵੀ ਰਹਿੰਦੇ ਸੀ, ਉਹ ਕੇਸ ਕੱਟੀ ਰਹਿੰਦੇ ਸੀ ਵੀ ਐਂ ਕਰੋ ਤੁਸੀਂ ਲੰਗਰ ਛਕਾਉਣ ਤੋਂ ਫਿਰ ਤੁਹਾਨੂੰ ਅਸੀਂ ਰੋਕਦੇ ਨਹੀਂ, ਤੁਸੀਂ ਕੇਸ ਵੜਾ ਦਿਓ ਆਪਣੇ। ਭਾਈ ਸਾਹਿਬ ਕਹਿੰਦੇ ਕੇਸ ਵੀ ਰੱਖੂੰਗਾ, ਲੰਗਰ ਵੀ ਛਕਾਊਂਗਾ। ਕੇਸਾਂ ਤੋਂ ਬਿਨਾਂ ਤਾਂ ਮੇਰੇ ਗੁਰੂ ਨੇ ਨਹੀਂ ਪਛਾਣਨਾ ਮੈਨੂੰ। ਹੁਣ ਦੇਖੋ, ਇੱਕ ਪੁੱਤਰ ਦਾ ਹੁਲੀਆ ਘਰੋਂ ਤੁਰਿਆ, ਉਹ ਬਾਜ਼ਾਰ ਗਿਆ। ਹੁਣ ਬਾਜ਼ਾਰ ਜਾ ਕੇ ਉਹਦੀ ਕੋਈ ਦਾੜੀ ਕੱਟ ਦੇਵੇ, ਕੇਸ ਕੱਟ ਦੇਵੇ, ਪੱਗ ਲਾਹ ਦੇਵੇ, ਕੱਪੜੇ ਬਦਲ ਦੇਵੇ, ਅਤੇ ਹੁਣ ਜਦੋਂ ਘਰ ਵੜੂਗਾ ਉਹਨੂੰ ਘਰ ਦੇ ਪਛਾਣ ਲੈਣਗੇ। ਘਰ ਦੇ ਕਹਿਣਗੇ, ਇੱਕੋ ਗੱਲ ਕਹਿਣਗੇ, ਪਹਿਲਾਂ ਤਾਂ ਉਹ ਬੋਲ ਕੇ ਦੱਸੂਗਾ ਵੀ ਮੈਂ ਆ, ਫਿਰ ਉਹ ਜਦ ਉਹ ਸਮਝ ਜਾਣਗੇ ਵੀ ਉਹ ਆ। ਪਛਾਣਨਾ ਔਰ ਸਮਝਣਾ ਦੋ ਅਲੱਗ ਚੀਜ਼ਾਂ ਨੇ। ਪਛਾਣਨਾ ਹੋਰ ਗੱਲ ਹੁੰਦੀ ਹੈ, ਸਮਝਣਾ ਹੋਰ ਗੱਲ ਹੁੰਦੀ ਹੈ। ਜਦੋਂ ਸਮਝ ਜਾਣਗੇ ਵੀ ਤਾਂ ਸਾਡਾ ਹੀ ਹੈ, ਫਿਰ ਉਹ ਪੁੱਛਣਗੇ ਵੀ ਗੱਲ ਸੁਣ, ਤੂੰ ਤਾਂ ਇੱਦਾਂ ਗਿਆ ਸੀ, ਤੇਰੀ ਪਛਾਣ ਕਿੱਥੇ ਚਲੀ ਗਈ? ਭਾਵ ਤੇਰਾ ਹੁਲੀਆ ਕਿਹਨੇ ਕਰਤਾ ਇਹੋ ਜਿਹਾ? ਅਤੇ ਅੱਜ ਸਾਡਾ ਹੁਲੀਆ ਅਸੀਂ ਆਪ ਵਿਗਾੜ ਰਹੇ ਹਾਂ, ਕੋਈ ਨਹੀਂ ਵਿਗਾੜ ਰਿਹਾ। ਅਤੇ ਸਾਨੂੰ ਯਾਰ ਸਿੱਖ ਪੰਥ ਦੀ ਫਿਕਰ ਬਹੁਤ ਖਾ ਰਹੀ ਆ। ਸੋ ਮੈਂ ਬੇਨਤੀ ਕਰੂੰਗਾ, ਪਹਿਲਾਂ ਆਪਦੀ ਫਿਕਰ ਕਰੋ, ਆਪਦਾ ਹੁਲੀਆ ਸਾਂਭੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਰਹਿਤ 'ਚ ਆਓ, ਕੇਸ ਦਾੜੀਆਂ ਨਾਲ ਮੁਹੱਬਤ ਕਰੋ, ਪਿਆਰ ਪਾਓ। ਅਤੇ ਭਾਈ ਤਾਰੂ ਸਿੰਘ ਜੀ ਦੀ ਫਿਰ ਕਹਿੰਦੇ ਇਹ ਕੇਸਾਂ ਸੁਆਸਾਂ ਦੀ ਗੱਲ ਕਰਦਾ, ਇਹਦੇ ਕੇਸ ਲਾਓ। ਪਹਿਲਾਂ ਕੇਸ ਲਾ ਨਹੀਂ ਸਕੇ, ਕੋਈ ਨਾਈ ਨਹੀਂ ਮੰਨਿਆ ਕੱਟਣ ਵਾਸਤੇ। ਆਖਿਰਕਾਰ ਭਾਈ ਸਾਹਿਬ ਦੀ ਖੋਪਰੀ ਲਾਹ ਦਿੱਤੀ ਗਈ। 22 ਦਿਨ ਭਾਈ ਸਾਹਿਬ ਜੀ ਜਿਉਂਦੇ ਰਹੇ ਖੋਪਰੀ ਲਹਾ ਕੇ। ਅਤੇ ਫਿਰ ਹਾਲ ਜਿਹੜਾ ਜ਼ਕਰੀਆ ਖਾਨ ਦਾ ਹੋਇਆ, ਪਿਸ਼ਾਬ ਦਾ ਬੰਨ੍ਹ ਪੈ ਗਿਆ। ਕਿ ਰੱਬੀ ਰੂਹ ਨੇ ਦੱਸਤਾ ਵੀ ਇਹ ਤੇ ਤੂੰ ਪ੍ਰਮਾਤਮਾ ਦੇ ਭੇਜੇ ਹੋਏ ਸਰੂਪ ਨੂੰ ਦੁਖੀ ਕੀਤਾ, ਉਹਦੀ ਖੋਪਰੀ ਲਾਈ ਹੈ, ਇਹ ਪਾਪ ਲੈ ਬੈਠਿਆ ਤੈਨੂੰ। ਉਹਦੀ ਜੁੱਤੀ ਮਾਰੋ ਲਿਆ ਕੇ ਜ਼ਕਰੀਆ ਖਾਨ ਦੇ ਸਿਰ 'ਚ, ਅਤੇ ਜੁੱਤੀਆਂ ਮਾਰਨਗੇ ਅਤੇ ਫਿਰ ਉਹਨੂੰ ਪਿਸ਼ਾਬ ਦਾ ਬੰਨ੍ਹ ਖੁੱਲੂਗਾ। ਅਤੇ ਫਿਰ ਮੈਂ ਕਹਿੰਦਾ, ਪਤਾ ਤੈਨੂੰ ਇਤਿਹਾਸ ਦਾ ਇਸ ਚੀਜ਼ ਦਾ ਕੀ ਕੀਤਾ ਗਿਆ? ਜਦੋਂ ਕਿਹਾ ਵੀ ਜੁੱਤੀਆਂ ਮਾਰੋ, ਫਿਰ ਉਹਨਾਂ ਨੇ ਜੁੱਤੀਆਂ ਮਾਰੀਆਂ, ਫਿਰ ਬੰਨ੍ਹ ਖੁੱਲਿਆ। ਫਿਰ 23ਵੇਂ ਦਿਨ ਜਾ ਕੇ ਉਹਦੀ ਵੀ ਮੌਤ ਹੋ ਗਈ। ਹਾਂ, ਉਹ ਜੁੱਤੀਆਂ ਮਾਰੀਆਂ ਜਦੋਂ 23ਵੇਂ ਦਿਨ ਜਾ ਕੇ 22 ਦਿਨ ਜਿਉਂਦੇ ਰਹੇ, ਉਹਦੀ 23ਵੇਂ ਦਿਨ ਜਿਹੜੀ ਹੈ ਮੌਤ ਹੋ ਗਈ। ਅਤੇ 23ਵੇਂ ਦਿਨ ਉਹਦੀ ਮੌਤ ਤੋਂ ਬਾਅਦ ਭਾਈ ਸਾਹਿਬ ਉਹਨਾਂ ਨੇ ਸਰੀਰ ਛੱਡਿਆ ਆਪਣਾ। ਸ਼ਹੀਦ ਕੌਮ ਦਾ ਸਰਮਾਇਆ ਸਾਡੀ ਦਾ। ਸੋ ਇਹ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਅਤੇ ਅਗਲਾ ਸਾਡੇ ਨਾਇਕ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਸਿਰ ਤਲੀ 'ਤੇ ਰੱਖ ਕੇ ਲੜਨ ਵਾਲੇ ਸਾਡੇ ਅਸਲ ਬਾਬੇ, ਜਿਨ੍ਹਾਂ ਨੂੰ ਮੈਨੂੰ ਮਾਣ ਮਹਿਸੂਸ ਹੋ ਰਿਹਾ ਬਾਬਾ ਸ਼ਬਦ ਵਰਤਣ ਦੇ ਵਿੱਚ। ਬਾਬਾ ਫਾਰਸੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਪ੍ਰਧਾਨ, ਆਗੂ, ਮੋਹਰੀ, ਪ੍ਰੈਜ਼ੀਡੈਂਟ। ਬਾਬਾ ਸਾਡੀ ਕੌਮ ਦੇ ਇਹ ਬਾਬੇ ਨੇ, ਬਾਬਾ ਦੀਪ ਸਿੰਘ ਸਾਹਿਬ। ਹਰੇਕ ਕੋਈ ਕੱਪੜੇ ਵਾਲੇ ਨੂੰ ਅਸੀਂ ਬਾਬਾ ਨਹੀਂ ਕਹਿ ਸਕਦੇ, ਬਾਬੇ ਬਣਨਾ ਬੜਾ ਔਖਾ ਹੈ। ਬਿਰਲਾ ਜੀਵਨ ਹੈ ਬਾਬਿਆਂ ਦੇ ਜਿਹੜੇ ਹਿੱਸੇ ਆਇਆ, ਬਿਰਲੇ ਬਾਬਿਆਂ ਦੇ ਹਿੱਸੇ ਆਇਆ ਹੈ। ਅਤੇ ਇਹ ਉਹ ਬਾਬੇ ਨੇ ਬਾਬਾ ਦੀਪ ਸਿੰਘ ਸਾਹਿਬ। ਜਦੋਂ
ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਸ੍ਰੀ ਦਮਦਮਾ ਸਾਹਿਬ ਬੈਠੇ ਗੁਰਬਾਣੀ ਦੇ ਅਰਥ ਸੁਣਾ ਰਹੇ ਨੇ ਤਾਂ ਮਹਾਰਾਜ ਨੇ ਮੁਖੋਂ ਬਚਨ ਬੋਲਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤਾਂ ਬਾਬਾ ਦੀਪ ਸਿੰਘ ਜੀ ਸਾਹਮਣੇ ਬੈਠੇ ਨੇ। ਬਾਬਾ ਜੀ ਕਹਿੰਦੇ, ਸਤਿਗੁਰੂ ਜੀ ਮੇਰੇ ਇੱਕ ਮਨ 'ਚ ਵਿਚਾਰ ਆਈ ਹੈ। ਮਹਾਰਾਜ ਕਹਿੰਦੇ, ਦੱਸੋ ਭਾਈ। ਕਹਿੰਦੇ, ਸਤਿਗੁਰੂ ਜੀ ਇਹ ਪਹਿਲੇ ਪਾਤਸ਼ਾਹ ਦੀ ਬਾਣੀ ਆ ਵੀ ਜੋ ਤੋ ਪ੍ਰੇਮ ਖੇਲਣ ਕਾ ਜਾਓ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਗੁਰੂ ਨਾਨਕ ਸਾਹਿਬ ਦਾ ਲਿਖਿਆ ਹੋਇਆ ਸ਼ਬਦ ਹੈ। ਪਾਤਸ਼ਾਹ ਮੰਨਿਆ ਵੀ ਬਾਣੀ ਦਾ ਤਰੀਬ ਭਾਵ ਕਹਿੰਦਾ ਹੰਕਾਰ ਦਾ ਸਿਰ, ਵਿਕਾਰਾਂ ਦਾ ਸਿਰ ਵੱਢ ਕੇ ਤਲੀ ਤੇ ਧਰ ਕੇ ਗੁਰੂ ਦੇ ਚਰਨਾਂ 'ਚ ਭੇਟ ਕਰ ਦੇ ਤੇ ਤੂੰ ਗੁਰੂ ਦੇ ਚਰਨਾਂ 'ਚ ਪ੍ਰਵਾਨ ਚੜ੍ਹ ਜਾਏਗਾ। ਗੁਰੂ ਦੇ ਗਲੀ 'ਚ ਆਉਣ ਦਾ ਸਭ ਤੋਂ ਪਹਿਲਾ ਜਿਹੜਾ ਇਹ ਉਹ ਹੈ, ਸਾਨੂੰ ਪਹਿਲੀ ਸ਼ਰਤ ਹੈ ਇਹ ਕਹਿ ਲਓ। ਤਾਂ ਕਹਿੰਦੇ ਮਹਾਰਾਜ ਵੀ ਸਿਰ ਤਲੀ ਤੇ ਧਰ ਕੇ ਕੋਈ ਪਿਆਰੇ ਦੀ ਗਲੀ 'ਚ ਆ ਸਕਦਾ ਹੈ। ਮਹਾਰਾਜ ਇਹ ਪਹਿਲੇ ਪਾਤਸ਼ਾਹ ਨੇ ਲਿਖਿਆ ਤੇ ਇਹ ਕਿਵੇਂ ਹੋ ਸਕਦਾ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਹੁਣ ਸਿੱਖ ਧਰਮ ਜਿਵੇਂ ਅਸੀਂ ਲੈਕਚਰਾਰ ਬਣੇ ਹੋਏ ਹਾਂ, ਬਹੁਤੇ ਲੈਕਚਰਾਂ ਪਰ ਤੇ ਕੰਮ ਨਹੀਂ ਹੈ ਤੇ ਅਧਿਆਤਮਿਕ ਵਿਸ਼ੇ ਨੇ। ਅਸੀਂ ਤੇ ਚਲੋ ਖੈਰ ਜਿਹੜੀ ਸਾਡੀ ਡਿਊਟੀ ਆ ਉਹ ਆਪਣੀਆਂ ਸਾਰਿਆਂ ਦੀ, ਤੁਹਾਡੀਆਂ ਆਪਦੀਆਂ, ਸਾਡੀਆਂ ਆਪਦੀਆਂ, ਪਰ ਅਧਿਆਤਮਿਕ ਵਿਸ਼ਾ ਜਿਹੜਾ ਉੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਾਬਾ ਦੀਪ ਸਿੰਘ ਜੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ, ਦੀਪ ਸਿੰਘ ਜੀ ਲੋਕਾਂ ਦਾ ਤਾਂ ਨਹੀਂ ਮੈਨੂੰ ਪਤਾ, ਦੁਨੀਆ ਦਾ ਤਾਂ ਨਹੀਂ ਮੈਨੂੰ ਪਤਾ, ਮੈਂ ਤੈਨੂੰ ਦੱਸਾਂ, ਪਰ ਤੁਹਾਡੇ ਨਾਲ ਵਾਅਦਾ ਰਿਹਾ, ਤੁਸੀਂ ਸਵਾਲ ਕੀਤਾ, ਤੁਹਾਡਾ ਸੀਸ ਜ਼ਰੂਰ ਤਲੀ ਤੇ ਧਰਾਊਂਗਾ ਤੇ ਤੁਹਾਨੂੰ ਲੜਾਊਂਗਾ ਵੀ ਤੇ ਆਪਣੇ ਘਰ 'ਚ ਲਿਆਊਂਗਾ। ਲੜਾਇਆ ਵੀ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਹਰਿਮੰਦਰ ਸਾਹਿਬ ਪਹੁੰਚਾਇਆ ਵੀ। ਤਕਰੀਬਨ ਪੌਣੇ ਕਿਲੋਮੀਟਰ ਦਾ ਏਰੀਆ, ਜਿੱਥੋਂ ਸਿਰ ਇੱਕ ਤਲੀ ਤੇ ਰੱਖਿਆ, ਦੂਜੇ ਹੱਥ 'ਚ ਖੰਡਾ ਲੈ ਕੇ ਬਾਬਾ ਜੀ ਫਿਰ ਲੜਦੇ ਗਏ। ਜੰਗ ਕਰਦੇ ਕਰਦੇ ਹਰਿਮੰਦਰ ਸਾਹਿਬ ਪਹੁੰਚੇ ਤੇ ਅੱਜ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਗੁਰੂ ਘਰ ਪ੍ਰਕਰਮਾਂ ਦੇ ਵਿੱਚ ਬਣਿਆ, ਉੱਥੇ ਜਾ ਕੇ ਆਪਣਾ ਸੀਸ ਭੇਟ ਕੀਤਾ। ਇਹ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਇਤਿਹਾਸ ਜੀਵਨ ਹੈ। ਸੋ ਅਗਲਾ ਜਿਹੜਾ ਭਾਈ ਸਾਹਿਬ ਨੇ ਤਿਆਰ ਕੀਤਾ ਹੈ, ਅਮਰ ਸ਼ਹੀਦ ਗੁਰੂ ਗੋਬਿੰਦ ਸਿੰਘ ਜੀਆਂ ਦੇ ਦਰ ਘਰ ਤੋਂ ਥਾਪੜਾ ਲੈ ਕੇ ਪਾਤਸ਼ਾਹ ਦੀ ਹਿੱਕ ਦਾ ਆਨੰਦ ਮਾਣ ਕੇ, ਪਾਤਸ਼ਾਹ ਦੀ ਹਿੱਕ ਨਾਲ ਲੱਗ ਕੇ ਵੈਰੀਆਂ ਨੂੰ ਸੋਧਣ ਲਈ ਦੱਖਣ ਤੋਂ ਤੁਰ ਕੇ ਪੂਰੇ ਹਿੰਦੁਸਤਾਨ ਨੂੰ ਆਪਣੀ ਜੁੱਤੀ ਥੱਲੇ ਕਰਨ ਵਾਲੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ। ਅੱਜ ਇੱਥੋਂ ਆਏ ਆ ਨਾ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੂਹਰੇ ਤੋਂ, ਉੱਥੇ ਸਾਡਾ ਇੱਕ ਰੌਲਾ ਵੀ ਇਤਿਹਾਸ ਉਹਨਾਂ ਨੂੰ ਕਿਤਾਬਾਂ 'ਚ ਗਲਤ ਲਿਖ ਦਿੱਤਾ ਗਿਆ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰੂੰਗਾ, ਕਿਉਂ ਲਿਖਿਆ ਗਿਆ? ਕਿਸੇ ਵੀ ਕੌਮ ਨੂੰ ਗੁਲਾਮ ਬਣਾਉਣਾ ਹੈ, ਦੋ ਚੀਜ਼ਾਂ ਖੋਲੋ, ਉਹਦੀ ਬੋਲੀ ਤੇ ਦੂਜਾ ਇਤਿਹਾਸ। ਤੁਹਾਡੇ ਜਵਾਕਾਂ ਤੋਂ ਤੁਹਾਡੀ ਬੋਲੀ ਖੋਲੀ ਸਕੂਲਾਂ ਨੇ, ਹਿੰਦੀ ਬੋਲਣ ਲਾਤੇ। ਦੂਜੇ ਨੰਬਰ 'ਤੇ ਤੁਹਾਡਾ ਇਤਿਹਾਸ ਖੋਲ੍ਹਿਆ ਗਿਆ। ਇਹੋ ਜਿਹੀ ਕਿਤਾਬਾਂ ਦੇ ਵਿੱਚ ਜਿਹੜੀਆਂ ਸਕੂਲਾਂ ਵੱਲੋਂ ਛਪ ਗਈਆਂ, ਬੜੇ ਸਕੂਲਾਂ ਵੱਲੋਂ ਛਪੀਆਂ, ਤੇ ਉਹਨਾਂ ਦੇ ਵਿੱਚ ਜਾ ਕੇ ਸਾਡੇ ਇਹਨਾਂ ਨਾਇਕਾਂ ਨੂੰ ਗਲਤ ਲਿਖ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਿੱਥੇ ਲਿਖਿਆ ਗਿਆ ਵੀ ਇਹ ਚੋਰੀਆਂ ਕਰਦੇ ਸੀ, ਡਾਕੇ ਮਾਰਦੇ ਸੀ, ਲੁੱਟਦੇ ਸੀ। ਸੋ ਵੀ ਇਹਨਾਂ ਦੇ ਮਨਾਂ ਦੇ ਵਿੱਚ ਗਲਤ ਜਿਹੜਾ ਹੈ ਉਹ ਪਾ ਦੇਵੇ। ਤੇ ਤੁਹਾਨੂੰ ਲੱਗਦਾ ਵੀ ਇਹ ਜਿਹੀ ਕਿਤਾਬਾਂ ਪੜ੍ਹ ਕੇ ਤੁਸੀਂ ਬਦਲ ਸਕਦੇ ਹੋ? ਤੇ ਤੁਹਾਨੂੰ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਚੋਰੀ ਕਰਦੇ ਹੋਣਗੇ? ਬਾਬਾ ਬੰਦਾ ਸਿੰਘ ਬਹਾਦਰ ਲਟੇਰੇ ਹੋਣਗੇ? ਕਿਉਂ ਨਹੀਂ ਲੱਗਦਾ? ਕਿਉਂ ਨਹੀਂ ਲੱਗਦਾ ਤੁਹਾਨੂੰ? ਕਿਉਂਕਿ ਤੁਸੀਂ ਪਹਿਲਾਂ ਉਹਨਾਂ ਦਾ ਇਤਿਹਾਸ ਪੜ੍ਹਿਆ ਹੋਇਆ। ਤੁਸੀਂ ਸਹੀ ਇਤਿਹਾਸ ਪੜ੍ਹ ਲਿਆ, ਤਾਂ ਕਰਕੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਸਹੀ ਕੀ ਹੈ ਤੇ ਗਲਤ ਕੀ ਹੈ? ਜੇ ਤੁਹਾਨੂੰ ਸਹੀ ਪੜ੍ਹਿਆ ਤਾਂ ਹੀ ਪਤਾ ਲੱਗਿਆ ਵੀ ਇਹ ਗਲਤ ਆ। ਦੇਖੋ, ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜਦ ਤੱਕ ਤੁਸੀਂ ਆਪਦੇ ਜਵਾਕਾਂ ਨੂੰ ਸਹੀ ਨਹੀਂ ਦੱਸਦੇ, ਤੁਹਾਡੇ ਜਵਾਕਾਂ ਨੂੰ ਗਲਤ ਦਾ ਵੀ ਕੀ ਪਤਾ ਲੱਗਣਾ। ਆਪਦੇ ਜਵਾਕਾਂ ਨੂੰ ਸਹੀ ਦੱਸੋ। ਤੁਸੀਂ ਦੀਨ ਦੁਨੀਆ ਦੀਆਂ ਕਿਤਾਬਾਂ ਫੜਾ ਦਿਓ ਸਾਡੇ ਬੱਚਿਆਂ ਨੂੰ ਲਿਆ ਕੇ, ਤੇ ਕਿਵੇਂ ਸਾਡੇ ਜਵਾਕ ਗਲਤ ਮੰਨ ਜਾਣ ਜੇ ਉਹਨਾਂ ਨੂੰ ਸਹੀ ਦਾ ਪਤਾ ਹੋਊਗਾ। ਸੋ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਤਕਰੀਬਨ 6 ਸਾਲ ਇਸ ਮੁਲਕ ਦੇ ਉੱਤੇ ਸਿੱਖ ਰਾਜ ਕਾਇਮ ਕੀਤਾ, ਤੇ ਸਿੱਖ ਰਾਜ ਸਦੀਵ ਕਾਲ ਲਈ ਅੱਜ ਵੀ ਰਾਜ ਹੈ। ਸਿੱਖ ਦਾ ਅੱਜ ਵੀ ਰਾਜ ਹੈ। ਸਿੱਖੋ, ਤੁਹਾਡਾ ਅੱਜ ਵੀ ਰਾਜ ਹੈ। ਰਾਜ ਸਿੱਖਾਂ ਦਾ ਰਾਜ। ਗੁਰੂ ਗੋਬਿੰਦ ਸਿੰਘ ਨੇ ਜੋ ਸਾਨੂੰ ਦੱਸਿਆ, ਸਾਡਾ ਰਾਜ ਕਿਸੇ ਇੱਕ ਧਰਤੀ ਤੇ ਨਹੀਂ, ਅਸੀਂ ਤੇ ਲੋਕ ਤੇ ਪਰਲੋਕ ਦੇ ਰਾਜੇ ਹਾਂ। ਅਸੀਂ ਤੇ ਦੋਹਾਂ ਜਗ੍ਹਾ ਦੇ ਰਾਜੇ ਸਾਨੂੰ ਬਣਾਇਆ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਨੇ। ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਪਾਤਸ਼ਾਹੀ ਸ਼ਬਦ ਵਰਤਿਆ। ਸਾਨੂੰ ਤੇ ਪਾਤਸ਼ਾਹ ਤੇ ਇੱਕੋ ਹੈ, ਲੋਕ ਦਾ ਵੀ ਤੇ ਪਰਲੋਕ ਦਾ ਵੀ। ਫਿਰ ਇਹ ਸਾਨੂੰ ਅਲੱਗ-ਅਲੱਗ ਨਹੀਂ ਬਖਸ਼ੀਆਂ ਸਤਿਗੁਰਾਂ ਨੇ ਵੀ ਇੱਥੇ ਤੁਹਾਨੂੰ ਮੈਂ ਬਾਦਸ਼ਾਹੀ ਦੇ ਦਿੰਦਾ, ਰਾਜ ਦੇ ਦਿੰਦਾ, ਤੇ ਅੱਗੇ ਤੁਸੀਂ ਰੁਲਦੇ ਫਿਰਿਓ। ਪਾਤਸ਼ਾਹ ਕਹਿੰਦੇ ਬਾਦਸ਼ਾਹ ਬਣਾ ਚੱਲਿਆ।
ਭਾਈ ਸਾਹਿਬ ਉਹਨਾਂ ਨੇ ਇਹ ਜਿਹੜਾ ਤਿਆਰ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਬਾਬਾ ਬੰਦਾ ਸਿੰਘ ਬਹਾਦਰ ਤਕਰੀਬਨ 1670 ਈਸਵੀ ਦੇ ਵਿੱਚ ਸੰਸਾਰ 'ਤੇ ਆਏ ਅਤੇ ਪਾਤਸ਼ਾਹ ਨੂੰ ਜਾ ਕੇ ਦੱਖਣ ਦੇ ਵਿੱਚ ਪਾਤਸ਼ਾਹ ਜਦੋਂ ਗਏ, ਇਤਿਹਾਸ ਤੁਸੀਂ ਸੁਣਿਆ, ਮੂਵੀ ਵੀ ਆਈ ਸੀ, ਬੱਚਿਆਂ ਨੇ ਬੜੀ ਦੇਖੀ ਹੈ। ਮੈਂ ਕਹੂੰਗਾ ਵੀ ਜੇ ਤੁਸੀਂ ਬੱਚਿਆਂ ਨੂੰ ਇਤਿਹਾਸ ਚੰਗੀ ਤਰ੍ਹਾਂ ਦਿਖਾਉਣਾ ਹੈ ਅਤੇ ਭਾਈ ਪਰਵਿੰਦਰ ਸਿੰਘ ਉਹਨਾਂ ਕੋਲ ਆਓ, ਇੱਥੇ ਪਹੁੰਚੋ ਅਤੇ ਆ ਕੇ ਬੜਾ ਮਨ ਜਿਹੜਾ ਸਕੂਨ ਮਿਲਿਆ ਮਨ ਨੂੰ ਸਾਡੇ ਨੂੰ ਵੀ ਕਿਤੇ ਨਾ ਕਿਤੇ ਭਾਈ ਸਾਹਿਬ ਉਹਨਾਂ ਨੇ ਇਕੱਲਾ ਇਹ ਇਨਕਮ ਦਾ ਜ਼ਰੀਆ ਨਹੀਂ ਬਣਾਇਆ ਵਾ ਵੀ ਇਹ ਇਨਕਮ ਦਾ ਜ਼ਰੀਆ ਹੈ। ਦੁਨੀਆ 'ਤੇ ਕੰਮ ਆਰਟਿਸਟ ਹੋਰ ਬਹੁਤ ਕਰਦੇ ਨੇ। ਭਾਈ ਸਾਹਿਬ ਉਹਨਾਂ ਦੇ ਜਿਹੜੀ ਹੱਥ 'ਚ ਕਲਾ, ਇਹੋ ਜਿਹੀ ਕਲਾ ਦਿਖਾ ਕੇ ਭਾਈ ਸਾਹਿਬ ਹੋਰ ਤਰ੍ਹਾਂ ਦੀ ਦਿਖਾ ਕੇ ਬਥੇਰੇ ਪੈਸੇ ਇਕੱਠੇ ਕਰ ਸਕਦੇ ਸੀ, ਪਰ ਗੁਰੂ ਸਾਹਿਬ ਨੇ ਇਹਨਾਂ 'ਤੇ ਕਿਰਪਾ ਕਰਕੇ ਇਹਨਾਂ ਦੇ ਅੰਦਰ ਪ੍ਰੇਰਨਾ ਪਾ ਕੇ ਤਾਕਤ ਬਖਸ਼ੀ ਹੈ। ਹਰੇਕ ਆਰਟਿਸਟ ਨੂੰ ਜਿਹੜਾ ਕਲਾ ਨਹੀਂ ਬਖਸ਼ੀ, ਹਰੇਕ ਆਰਟਿਸਟ ਦੇ ਹਿੱਸੇ ਨਹੀਂ ਇਹ ਆਈ ਇਹ ਗੱਲ ਕਿ ਭਾਈ ਸਾਹਿਬ ਉਹਨਾਂ ਨੇ ਇਤਿਹਾਸ ਜਿਉਂਦਾ ਰੱਖਣ ਵਾਸਤੇ ਆਪਦੀ ਜ਼ਿੰਦਗੀ ਦੇ ਤਕਰੀਬਨ ਮੈਂ ਕਹਿੰਦਾ 50 ਸਾਲ ਦੀ ਉਮਰ ਹੋਊ ਤੁਹਾਡੀ। ਹਾਂ 55 ਸਾਲ 22 ਸਾਲ ਹੋ ਗਏ ਜੀ ਪੜਾਉਂਦੇ। ਇਹ 22 ਸਾਲ ਇਹ ਕਰਦੇ ਨੂੰ ਹੋ ਗਏ, 55 ਸਾਲਾਂ ਦੇ 22 ਸਾਲ ਤਕਰੀਬਨ ਉਹੀ ਉਮਰੇ ਲਾ ਲਓ ਜੀ, ਕਿਉਂਕਿ 22 ਸਾਲ ਪਹਿਲਾਂ ਤਾਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਤੇ ਵੀ ਜ਼ਿੰਦਗੀ ਬੰਦਾ ਆਪਦੀ ਸ਼ੁਰੂ ਕਰਦਾ ਤੇ ਉਹ ਉਮਰ ਦੇ ਵਿੱਚ ਤਾਂ। ਤੇ ਤੁਸੀਂ ਜੌਬ ਕੀਤੀ ਕਿਤੇ? ਨਹੀਂ, ਮੈਂ ਸਕੂਟਰ ਮਕੈਨਿਕ ਰਿਹਾ ਜੀ। ਅੱਛਾ ਜੀ। ਤੇ ਫਿਰ ਨਾਲ ਦੀ ਨਾਲ ਫਿਰ ਮਾਡਲ ਵੀ ਬਣਾਉਣਾ ਸੀ, ਫਿਰ ਕਈ ਗੁਰਦੁਆਰਾ ਸਾਹਿਬ 'ਚ ਅਸੀਂ ਡਿਸਪਲੇ ਕਰੇ। ਹਾਂਜੀ ਹਾਂਜੀ। ਸੰਗਤ ਨੇ ਬੜਾ ਪਸੰਦ ਕਰਿਆ, ਫਿਰ ਮਨ 'ਚ ਹੋਇਆ ਕਿ ਉਹਨਾਂ ਦਾ ਇਤਿਹਾਸ ਬਣਾਇਆ ਜਾਵੇ, ਮਤਲਬ ਇਸ ਤਰ੍ਹਾਂ ਮਿਊਜ਼ੀਅਮ ਬਣਾਇਆ ਜਾਵੇ। ਮੈਂ ਜਦ ਪੜ੍ਹਦਾ ਸੀ ਨਾ ਛੋਟੀ ਉਮਰੇ, ਪੜ੍ਹਾਈ ਤਾਂ ਮੈਂ ਜ਼ਿਆਦਾ ਨਹੀਂ ਕੀਤੀ, ਇੰਟਰ ਮੈਟ੍ਰਿਕ ਹੈ। ਠੀਕ ਹੈ। ਮੈਂ ਸੋਚਦਾ ਸੀ ਕਿ ਆਪਾਂ ਜਾਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ, ਕ੍ਰਿਸਚਨ ਦੀ ਧਰਮ ਦੀ ਗੱਲ ਕਰਦੇ, ਉਹਨਾਂ ਦਾ ਇਤਿਹਾਸ ਸਾਡੇ ਬੱਚੇ ਵੀ ਜਾਣਦੇ ਨੇ। ਉਹ ਇੰਨਾ ਜ਼ਿਆਦਾ ਪ੍ਰਚਾਰ ਕਰਦੇ ਨੇ, ਉਹ ਸਾਡੇ ਬੱਚਿਆਂ ਨੂੰ ਵੀ ਇਤਿਹਾਸ ਦੀ ਜਾਣਕਾਰੀ, ਪਰ ਸਾਡਾ ਇਤਿਹਾਸ ਇੰਨਾ ਨਵਾਂ ਹੋਣ ਦੇ ਬਾਵਜੂਦ ਵੀ ਪਰ ਸਾਡੇ ਬੱਚਿਆਂ ਨੂੰ ਨਹੀਂ ਪਤਾ। ਬਿਲਕੁਲ। ਮੈਂ ਸੋਚਿਆ ਕਿਉਂ ਨਾ ਇਸ ਤਰ੍ਹਾਂ ਉਪਰਾਲਾ ਕਰਿਆ, ਕਦੇ 22 ਸਾਲ ਤੋਂ ਮੈਂ ਸਿੰਘ ਸ਼ਹੀਦ ਦੇ ਮਾਡਲ ਬਣਾ ਰਿਹਾ, ਹਜੇ ਤੱਕ ਮੈਂ ਆਪਣੀ ਮਿਹਨਤ ਨਾਲ ਇੰਨਾ ਕੁ ਬਣਾਏ ਨੇ। ਤੇ ਮੇਰੇ ਮਨ 'ਚ ਅਸੀਂ ਤੁਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਲਡਿੰਗ, ਇਹ ਮੇਰਾ ਮਾਡਲ ਬਣਾਇਆ 7 ਮੰਜ਼ਿਲਾ। ਇਹ ਦਿਖਾਇਓ ਜੀ ਜ਼ਰੂਰ। ਅੱਛਾ, ਇਹ ਆਪਾਂ ਵੀ ਇੱਕ ਜੀ ਇਸ ਤਰ੍ਹਾਂ ਦੀ ਬਿਲਡਿੰਗ ਬਣਾਉਣੀ ਚਾਹੁੰਦੇ ਇੱਥੇ ਇਸ ਜਗ੍ਹਾ ਤੇ ਜੀ? ਹਾਂਜੀ ਹਾਂਜੀ, ਐਪ ਕਰ ਲਈ। ਪਰ ਜਗ੍ਹਾ ਵੀ ਟੈਂਪਰੇਰੀ ਹੈਗੀ, ਪੰਚਾਇਤ ਵੱਲੋਂ ਮਿਲੀ ਹੋਈ, ਗਮਾਡਾ ਦੇ ਅੰਡਰ ਹੈ ਜੀ ਹੁਣ ਜਗ੍ਹਾ। ਓਕੇ ਜੀ। ਜਗ੍ਹਾ ਵੀ ਪੱਕੀ ਕਰਵਾਉਣੀ ਹੈ। ਨਹੀਂ, ਇਹ ਜਗ੍ਹਾ ਤੁਹਾਨੂੰ ਪਰਮਾਨੈਂਟ ਮਿਲੀ ਹੋਈ ਹੈ? ਨਹੀਂ, ਇਹ ਪੰਚਾਇਤ ਦੀ ਜਗ੍ਹਾ ਦਿੱਤੀ ਸੀ, ਪਰ ਇਹਨਾਂ ਫਿਰ ਗਮਾਡਾ ਨੇ ਅਕਵਾਇਰ ਕਰ ਲਈ ਜਗ੍ਹਾ ਇਹ। ਓਕੇ ਜੀ। ਪਰ ਹਜੇ ਸਾਨੂੰ ਪਰੇਸ਼ਾਨੀ ਤਾਂ ਕੋਈ ਹੈ ਨਹੀਂ, ਪਰ ਬਿਲਡਿੰਗ ਬਣਾਉਣ ਲਈ ਫਿਰ ਸ਼ਾਇਦ ਗਮਾਡਾ ਸਾਨੂੰ ਤੰਗ ਕਰੇ। ਕਿਤੇ ਹੋਰ ਮੈਨੂੰ ਜਗ੍ਹਾ ਮਿਲ ਜੇ ਚੰਗੀ ਗੱਲ, ਨਹੀਂ ਤਾਂ ਫਿਰ ਇੱਥੇ ਸ਼ੁਰੂ ਕਰਾਂਗੇ। ਠੀਕ ਹੈ ਜੀ। ਕਿਉਂਕਿ ਮੇਰੇ ਰਿਹਾਇਸ਼ ਚੰਡੀਗੜ੍ਹ, ਮੈਂ ਚਾਹੁੰਦਾ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਕਿਤੇ ਜਗ੍ਹਾ ਮਿਲੇ ਤਾਂ ਜ਼ਿਆਦਾ ਵਧੀਆ। ਠੀਕ ਹੈ। ਕਿਉਂਕਿ ਇੱਥੇ ਜ਼ਿਆਦਾ ਲੋੜ ਹੈਗੀ। ਹਾਂ, ਇੱਧਰ ਨੂੰ ਲੋਕ ਆਉਂਦੇ ਵੀ ਜ਼ਿਆਦਾ ਨੇ। ਸਹੀ ਗੱਲ ਹੈ। ਬਾਕੀ ਇਹਦੇ ਸਰਕਾਰ ਵੱਲੋਂ ਸਹਿਯੋਗ ਹੈ ਨਹੀਂ ਜੀ, ਸੰਗਤ ਆਉਂਦੀ ਬੜੀ ਘੱਟ ਹੈ। ਸਰਕਾਰਾਂ ਨੇ ਤਾਂ ਕੀ ਸਹਿਯੋਗ ਕਰਨਾ ਜੀ। ਬਈ ਮੈਂ ਸਿੱਖ ਪੰਥ ਨੂੰ ਅਪੀਲ ਕਰੂੰਗਾ ਬਈ ਤੁਸੀਂ ਜ਼ਰੂਰ ਆਓ, ਅਸੀਂ ਵੀ ਭਾਈ ਸਾਹਿਬ ਉਹਨਾਂ ਨੂੰ ਜ਼ਰੂਰ ਜਿਹੜੀ ਹੈ ਮਦਦ ਕਰਾਂਗੇ। ਸੋ ਤੁਸੀਂ ਵੀ ਦੇਖੋ, ਇਹ ਉਪਰਾਲੇ ਕਰਨ ਵਾਸਤੇ ਫਾਈਨੈਂਸ਼ਲੀ ਵੀ ਲੋੜਾਂ ਹੁੰਦੀਆਂ ਨੇ, ਅਤੇ ਆਪਣੀ ਜ਼ਿੰਦਗੀ ਦੇ 22 ਸਾਲ ਬਹੁਤ ਅਹਿਮ ਗੱਲ ਹੁੰਦੀ ਹੈ। 22 ਸਾਲ ਇੱਥੇ ਮੇਰੇ ਵਰਗਾ ਹਰੇਕ ਸਪੀਕਰ ਦੇ ਵਿੱਚ ਵੱਡੇ ਤੱਤੇ ਪ੍ਰਚਾਰ ਕਰਕੇ ਗਰਮ ਜਿਹੀਆਂ ਸਪੀਚਾਂ ਦੇ ਕੇ ਅਤੇ ਮਸ਼ਹੂਰ ਜਿਹਾ ਬਣ ਜਾਂਦਾ। ਹਰੇਕ ਚੈਨਲ ਦੇ ਮੂਹਰੇ ਆਉਣਾ ਚਾਹੁੰਦਾ ਵੀ ਮੈਂ ਮਸ਼ਹੂਰ ਹੋ ਜਾਵਾਂ, ਮੈਨੂੰ ਦੁਨੀਆ ਜਾਣੇ, ਮੈਨੂੰ ਲੋਕ ਕਹਿਣ ਵੀ ਇਹ ਮਸੀਹਾ ਹੈ। ਆਹ ਚੀਜ਼ਾਂ ਕੋਈ ਬਿਰਲਾ ਕਰਦਾ। ਅੱਜ ਤੋਂ 22 ਸਾਲ ਪਹਿਲਾਂ ਜਦੋਂ ਭਾਈ ਸਾਹਿਬ ਉਹਨਾਂ ਨੇ ਸ਼ੁਰੂ ਕੀਤਾ ਹੋਣਾ, ਅੱਜ ਤੋਂ 22 ਸਾਲ ਪਹਿਲਾਂ ਤਾਂ ਸੋਸ਼ਲ ਮੀਡੀਆ ਦਾ ਯੁੱਗ ਵੀ ਨਹੀਂ ਸੀ ਇੰਨਾ। ਕੌਣ ਸੋਚਦਾ ਸੀ ਵੀ ਇੱਦਾਂ ਦੇ ਜਿਹੜੇ ਨੇ ਉਹ ਪ੍ਰੋਜੈਕਟ ਬਣਨਗੇ, ਪ੍ਰੋਜੈਕਟ ਲੱਗਣਗੇ, ਬਈ ਮੈਂ ਅੱਗੇ ਆਪਣੀ ਇਸ ਕਲਾ ਨੂੰ ਨਿਖਾਰੂੰਗਾ। ਉਦੋਂ ਤਾਂ ਸਿਰਫ ਸਮਰਪਿਤ ਹੋ ਕੇ ਤੁਰ ਪਏ ਵੀ ਜਿਹੜਾ ਚੱਲ ਕੇ ਆਊਗਾ ਉਹੀ ਦੇਖੂਗਾ। ਹੁਣ ਤੇ ਇੱਥੇ ਆ ਦੇਖੋ, ਹੁਣ ਇਹਦੇ ਜ਼ਰੀਏ ਤੁਸੀਂ ਵੀ ਕਿੰਨਿਆਂ ਨੇ ਦਰਸ਼ਨ ਕਰ ਲਏ। ਸੋ ਭਾਈ ਸਾਹਿਬ ਦਾ ਸੁਪਨਾ ਹੈ। ਮੈਂ ਕਹੂੰਗਾ ਵੀ ਭਾਈ ਸਾਹਿਬ ਨੂੰ ਸਲਾਮ ਹੈ ਇਸ ਪਾਸੇ ਨੂੰ, ਬਈ ਇਹਨਾਂ ਨੇ ਐਡਾ ਸੁਪਨਾ, ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿੰਨੀ ਦੇਰ ਤੁਹਾਡੀ ਜ਼ਿੰਦਗੀ ਦਾ ਸੁਪਨਾ ਨਹੀਂ ਹੈ ਕੋਈ, ਓਨੀ ਦੇਰ ਤੁਹਾਡੀ ਜ਼ਿੰਦਗੀ ਅਧੂਰੀ ਹੈ। ਦੇਖੋ, ਜਿਵੇਂ ਸੁਪਨੇ ਲੈਣ ਵਾਸਤੇ ਸੌਣਾ ਪੈਂਦਾ ਹੈ, ਕਹਿੰਦੇ ਨੇ ਵੀ ਜੇ ਤੂੰ ਸੌਂਦਾ ਨਹੀਂ ਤੈਨੂੰ ਸੁਪਨਾ ਨਹੀਂ ਆਉਣਾ। ਇਸੇ ਤਰ੍ਹਾਂ ਜੇ ਦੁਨਿਆਵੀ ਜ਼ਿੰਦਗੀ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਤੈਨੂੰ ਫਿਰ ਦੁਨਿਆਵੀ ਨੀਂਦ 'ਚੋਂ ਨਿਕਲ ਕੇ ਅਤੇ ਥੋੜ੍ਹਾ ਜਿਹਾ ਮੁਕਾਮ ਹਾਸਲ ਕਰਨ ਵਾਸਤੇ ਫਿਰ ਤੈਨੂੰ ਤੁਰਨਾ ਪਏਗਾ। ਸੋ ਭਾਈ ਸਾਹਿਬ ਹੁਣੀ ਤੁਰੇ ਹੋਏ ਨੇ, ਵੱਡਾ ਇਹਨਾਂ ਦਾ ਉਪਰਾਲਾ, ਗੁਰੂ ਸਾਹਿਬ ਮਿਹਰ ਕਰਨਗੇ। ਭਾਈ ਸਾਹਿਬ, ਜੇ ਐਡੇ ਸ਼ਹੀਦਾਂ ਦੇ ਬਰਾਬਰ ਇਹ ਤੁਸੀਂ ਜਿਹੜਾ ਕਲਪਨਾ ਕਰਕੇ ਆਪਣੇ ਦਿਲ 'ਚ ਸੁਪਨਾ ਸਜਾਇਆ, ਅਤੇ ਜਿਵੇਂ ਆ ਸ਼ਹੀਦਾਂ ਦੀ ਜ਼ਿੰਦਗੀ ਰੁਸ਼ਨਾਉਂਦੀ ਹੈ, ਅਤੇ ਜ਼ਰੂਰ ਗੁਰੂ ਸਾਹਿਬ ਇਹ ਰੁਸ਼ਨਾਉਣਗੇ। ਇਹ ਮੇਰੇ ਦਿਲ ਦੀ ਬਾਕੀ ਇਹ ਮੁਰਾਦ ਹੈ, ਇਹ ਆਸ ਵੀ ਆ, ਹੋਊਗਾ ਹੀ ਹੋਊਗਾ ਇਹ ਜ਼ਰੂਰ। ਅਤੇ ਕਿਉਂਕਿ ਚੰਗਾ ਸੁਪਨਾ ਹੈ। ਅਤੇ ਅੱਜ ਸਾਡੇ ਤਖਤਾਂ ਦੇ ਜਥੇਦਾਰ ਵੀ ਸੋਚਦੇ ਹਾਂ ਵੀ ਅਸੀਂ ਕਿੰਨੇ ਕਲੱਬ ਖੋਲ੍ਹ ਲਈਏ, ਕਿੰਨੇ ਪੱਬ ਬਣਾ ਲਈਏ, ਔਰ ਜਥੇਦਾਰਾਂ ਦੇ ਨਿਆਣੇ ਕੰਮ ਕਰਦੇ ਵੀ ਨੇ।
ਉਹ ਸੋਚਦੇ ਨੇ ਅਸੀਂ ਕਿੰਨੀਆਂ ਬਿਲਡਿੰਗਾਂ ਤਿਆਰ ਕਰ ਲਈਏ, ਕਿੰਨੇ ਫਲੈਟ ਬਣਾ ਲਈਏ। ਪਰ ਤੁਸੀਂ ਸੁਪਨਾ ਸਜਾਇਆ ਵੀ ਮੈਂ ਸਿੱਖ ਅਜਾਇਬ ਘਰ ਬਣਾਉਣਾ ਹੈ। ਅਜਾਇਬ ਘਰ, ਹਾਲਾਂਕਿ ਜੇ ਜ਼ਿੰਦਗੀ ਬਸਰ ਦੀ ਗੱਲ ਕਰੀਏ ਤਾਂ 55 ਸਾਲ ਤੁਹਾਡੇ ਲੰਘੇ, ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ। ਜੇ ਅਸੀਂ ਸੋਚੀਏ ਵੀ 55 ਸਾਲ ਲੰਘੇ, ਹੁਣ ਤੋਂ ਬਾਅਦ ਤਾਂ ਆਪਦੇ ਸ਼ੌਂਕ ਤਾਂ ਬੰਦੇ ਦੇ 55 ਸਾਲ ਬਾਅਦ ਤਕਰੀਬਨ ਘਟ ਜਾਂਦੇ ਆ। ਤੇ ਹੁਣ ਤੋਂ ਬਾਅਦ ਤਾਂ ਜਾਂ ਤਾਂ ਬੱਚੇ ਪਾਲਣੇ, ਮੇਨ ਕੰਮ ਰਹਿੰਦਾ ਪਰਿਵਾਰਕ, ਤੇ ਜੇ ਇਹ ਤੋਂ ਬਾਅਦ ਕੋਈ ਸੰਸਾਰੀ ਕੰਮ ਰਹਿੰਦਾ ਹੈ ਤਾਂ ਦੁਨੀਆ ਦੇ ਵਿੱਚ ਲੋਕਾਂ ਦੀ ਇਹ ਆਪਦੀ ਵਾਹ ਖੱਟਣੀ ਹੈ। ਜਿਵੇਂ ਹੁਣ ਸਾਡੇ 95 ਸਾਲ ਦੇ ਲੀਡਰਾਂ ਨੂੰ ਭੁੱਖ ਲੱਗੀ ਹੋਈ ਹੈ, ਪਰ ਤੁਸੀਂ 55 ਸਾਲ 'ਚ ਸੁਪਨਾ ਹੈ ਵੀ ਮੈਂ ਸਿੱਖਾਂ ਦਾ ਹੀ ਅਜਾਇਬ ਘਰ ਬਣਾਉਣਾ ਹੈ, ਜਿੱਥੇ ਜਵਾਕ ਦੀ ਅੱਖ ਖੁੱਲ੍ਹੇ ਤੇ ਸਾਹਮਣੇ ਟੋਟੇ ਕਰੇ ਹੋਏ ਬੱਚਿਆਂ ਦਾ ਦ੍ਰਿਸ਼, ਸਿਰ ਚਰਖੜੀਆਂ ਤੇ ਚੜ੍ਹਦਿਆਂ ਦਾ, ਤੇ ਸਿਰ ਤਲੀ ਤੇ ਰੱਖਿਆਂ ਦਾ, ਖੋਪਰੀਆਂ ਲਈਆਂ ਦਾ ਦ੍ਰਿਸ਼, ਤੇ ਨੀਹਾਂ 'ਚ ਖੜਿਆਂ ਦਾ ਦ੍ਰਿਸ਼ ਸਾਨੂੰ ਦਿਖੇ। ਇਹ ਭਾਈ ਸਾਹਿਬ ਉਹਨਾਂ ਦਾ ਸੁਪਨਾ ਹੈ, ਇਹ ਜ਼ਰੂਰ ਸਾਕਾਰ ਹੋਏਗਾ। ਮੈਂ ਫਿਰ ਦੱਸ ਦਵਾਂ, ਬਲੌਂਗੀ ਦੇ ਨੇੜੇ 7 ਫੇਸ ਮੋਹਾਲੀ ਭਾਈ ਸਾਹਿਬ ਉਹਨਾਂ ਨੇ ਸਿੱਖ ਅਜਾਇਬ ਘਰ ਜਿਹੜਾ ਸਿੱਖ ਹੈਰੀਟੇਜ ਐਂਡ ਕਲਚਰ ਜਿਹੜੀ ਸੁਸਾਇਟੀ ਇਹਦੇ ਤੁਸੀਂ ਕੀਤਾ ਹੋਇਆ, ਰਜਿਸਟਰ ਕੀਤਾ ਹੋਇਆ? ਹਾਂ, ਰਜਿਸਟਰ ਕੀਤੀ ਹੈ, ਪਰ ਮੈਂ ਹੀ ਅਜੇ ਸੇਵਾ ਕਰਨਾ ਸਾਰੀ, ਕਿਉਂਕਿ ਬਣਾਉਂਦਾ ਮੈਂ ਆਪੇ ਹੀ। ਠੀਕ ਹੈ। ਤੇ ਪੈਸੇ ਅਰੇਂਜਮੈਂਟ ਮੈਨੂੰ ਆਪੇ ਕਰਨਾ ਪੈਂਦਾ, ਠੀਕ ਕਿਉਂਕਿ ਹੈ। ਮੈਂ ਜੀ 41 ਸੈਕਟਰ ਪਿੰਡ ਪਟੇਲਾ 'ਚ ਰਹਿੰਦਾ। ਹਾਂਜੀ। ਮੈਂ ਕੁਝ ਕਮਰੇ ਕਿਰਾਏ ਦਿੱਤੇ ਹੋਏ ਨੇ ਜੀ। ਠੀਕ ਹੈ ਜੀ। ਤੇ ਮੈਨੂੰ ਫਿਰ ਪਿੱਛੋਂ ਕੋਈ ਪਰੇਸ਼ਾਨੀ ਹੈ ਨਹੀਂ। ਠੀਕ ਹੈ ਜੀ। ਆਪਣੇ ਘਰਦਿਆਂ ਨਾਲ ਵੀ ਮੈਂ ਇੱਕ ਵਾਅਦਾ ਕੀਤਾ ਹੋਇਆ ਵੀ ਜਦੋਂ ਮੈਂ ਜਿਉਂਦਾ ਹੈਗਾ, ਵੈਸੇ ਭਰੋਸਾ ਤਾਂ 1 ਮਿੰਟ ਦਾ ਵੀ ਹੈ ਨਹੀਂ। ਹਾਂ, ਬਿਲਕੁਲ। ਤੇ ਮੈਨੂੰ ਤੁਸੀਂ ਕਿਉਂਕਿ ਨਾ ਇਹ ਮਿਊਜ਼ੀਅਮ ਦਾ ਜੀ ਖਰਚੇ ਵਧੀ ਜਾਂਦੇ ਨੇ, ਇਨਕਮ ਆਈ ਦੀ ਕੋਈ ਹੈ ਨਹੀਂ। ਠੀਕ ਹੈ। ਕਿ ਅੰਦਰ ਅਸੀਂ ਗੋਲ ਲਗਾਈ ਹੋਈ ਹੈ, ਸੰਗਤ ਇੱਥੇ ਬਹੁਤ ਘੱਟ ਆਉਂਦੀ ਹੈ। ਹਾਂਜੀ। ਜਦੋਂ ਕਰੋਨਾ ਆਇਆ ਤਾਂ ਬਿਲਕੁਲ ਸੰਗਤ ਆਣੀ ਬੰਦ ਹੋ ਗਈ ਹੈ। ਠੀਕ ਹੈ। ਤੇ ਮੇਰਾ 20-25 ਹਜ਼ਾਰ ਮਹੀਨਾ ਇਹਦਾ ਖਰਚਾ ਹੁੰਦਾ, ਤੇ ਗੋਲ 2-2.5 ਹਜ਼ਾਰ ਰੁਪਇਆ ਹੁੰਦੀ ਹੈ। ਇਸ ਕਰਕੇ ਘਰੋਂ ਮੈਂ ਜੋ ਮੈਨੂੰ ਕਿਰਾਇਆ ਵਗੈਰਾ ਆਉਂਦਾ, ਉੱਧਰੋਂ ਮੈਂ ਕਿਹਾ ਘਰਦਿਆਂ ਨੂੰ ਮੈਨੂੰ 20-25 ਹਜ਼ਾਰ ਮਹੀਨਾ ਦੇਈ ਜਾਓ, ਜਦੋਂ ਮੈਂ ਜਿਉਂਦਾ ਬੈਠਾ ਮਿਊਜ਼ੀਅਮ ਬੰਦ ਨਹੀਂ ਹੋਣ ਦੇਵਾਂ, ਕਿਉਂਕਿ ਇੰਨਾ ਕੁ ਤਾਂ ਅਸੀਂ ਰੱਖਾਂਗੇ। ਇੰਨਾ ਰੱਖਣੇ ਸਾਨੂੰ 20-25 ਹਜ਼ਾਰ ਰੁਪਏ ਸਾਨੂੰ ਹਰ ਮਹੀਨੇ ਚਾਹੀਦੇ ਹੁੰਦੇ ਨੇ। ਜੇ ਅਸੀਂ ਕੋਈ ਨਵਾਂ ਮਾਡਲ ਬਣਾਉਣਾ ਹੁੰਦਾ ਫਿਰ ਹੋਰ ਫਿਰ ਕਾਹਦਾ ਬਣਾਉਣੇ ਹੋ ਜੀ ਤੁਸੀਂ? ਮੈਂ ਜੀ ਸਾਡੇ ਸਾਰੇ ਜਿਹੜੇ ਮਾਡਲ ਨੇ ਫਾਈਬਰ ਗਲਾਸ ਬਣੇ ਹੋਏ ਨੇ। ਠੀਕ ਹੈ ਜੀ। ਤੇ ਵੈਕਰੋਂ ਚਾਹਿਆ ਤੇ ਜਿਸ ਤਰ੍ਹਾਂ ਮੈਂ ਚਾਹੁੰਦਾ ਵੀ 7 ਮੰਜ਼ਿਲ ਬਿਲਡਿੰਗ ਬਣੇ, ਫਿਰ ਇਹ ਵੈਕਸ ਦੇ ਮਾਡਲ ਬਣਨਗੇ ਜਿਸ ਤਰ੍ਹਾਂ ਬਾਰ ਬਣਦੇ ਨੇ। ਠੀਕ ਹੈ। ਮੈਂ ਚਾਹੁੰਦਾ ਵੀ ਹਜੇ ਤੱਕ ਦਾ ਪੰਜਾਬ ਦਾ ਪਹਿਲਾ ਮਿਊਜ਼ੀਅਮ ਹੋਏਗਾ ਜੋ ਮੇਰੇ ਮਨ 'ਚ ਹੈਗਾ, ਬਾਕੀ ਵੈਕਰੋਂ ਅੱਗੇ ਜਾਣ। ਹਾਂਜੀ ਬਿਲਕੁਲ। ਤੇ ਜੇ ਸੰਗਤ ਸਹਿਯੋਗ ਦੇਊਗੀ, ਮੈਨੂੰ ਪੂਰੀ ਉਮੀਦ ਹੈ ਸੰਗਤ ਸਹਿਯੋਗ ਦੇਗੀ। ਹਜੇ ਅਸੀਂ ਚਾਹੁੰਦੇ ਜਲਦੀ ਦਾ ਕੋਈ ਨੀਂਹ ਪੱਥਰ ਰੱਖੀਏ ਇੱਥੇ, ਤੇ ਫਿਰ ਸੰਗਤ ਨਾਲ ਜੁੜੇਗੀ, ਸਹਿਯੋਗ ਮਿਲੇਗਾ, ਤੇ ਫਿਰ ਸ਼ਾਇਦ ਇਹ ਸੁਪਨਾ ਅਸੀਂ ਪੂਰਾ ਕਰ ਸਕੀਏ। ਕਿਉਂਕਿ ਜੋ ਸਾਡਾ ਇਤਿਹਾਸ ਹੈ, ਮੈਂ ਸਮਝਦਾ ਸਾਡੇ ਬੱਚਿਆਂ ਨਾਲ ਉਹ ਹੋਰ ਧਰਮ ਵੀ ਲੋਕ ਇਤਿਹਾਸ ਨੂੰ ਜਾਣਦਾ। ਬਿਲਕੁਲ। ਇਸ ਤਰ੍ਹਾਂ ਕੋਈ ਵਿਸ਼ਾਲ ਕੋਈ ਉਪਰਾਲਾ ਹੋਣਾ ਜ਼ਰੂਰੀ ਹੈਗਾ। ਨਹੀਂ ਕੋਈ ਗੱਲ ਨਹੀਂ। ਸੰਗਤ ਨੂੰ ਬੇਨਤੀ ਹੈ, ਤੁਹਾਡਾ ਭਾਈ ਸਾਹਿਬ ਬੜੇ ਬੜਾ ਨਹੀਂ ਕੋਈ ਗੱਲ ਨਹੀਂ ਜੀ, ਤਾਂ ਜਿੰਨਾ ਤੁਸੀਂ ਡਿਟੇਲ ਨਾਲ ਸਾਡਾ ਸਮਝਾਇਆ ਇਤਿਹਾਸ, ਬਾਕੀ ਤੁਹਾਡੇ ਕਰਕੇ ਸਾਡਾ ਮਸ਼ਹੂਰ ਵੀ ਹੋਏਗੀ। ਸੰਗਤ ਆਣਗੇ, ਮੈਂ ਸੰਗਤ ਨੂੰ ਬੇਨਤੀ ਕਰਦਾ ਹੁੰਦਾ ਵੀ ਇੱਕ ਵਾਰੀ ਆ ਕੇ ਸਾਡੇ ਅਜਾਇਬ ਘਰ ਨੂੰ ਦੇਖਣ, ਜੇ ਚੰਗਾ ਲੱਗੇ ਸਾਨੂੰ ਜ਼ਰੂਰ ਸਹਿਯੋਗ ਦੇਣ, ਜੇ ਮਾੜਾ ਲੱਗਦਾ ਸਾਨੂੰ ਵਿਰੋਧ ਕਰਕੇ ਇਹਦਾ ਬੰਦ ਕਰਾ ਦਿੱਤਾ ਜਾਵੇ, ਕਿਉਂਕਿ ਮੈਂ ਚਾਹੁੰਦਾ ਵੀ ਕੰਮ ਵਧੀਆ ਹੀ ਹੋਣਾ ਚਾਹੀਦਾ। ਕਿਉਂਕਿ ਮੈਂ ਇਸ ਕੰਮ ਦੇ ਵਿੱਚ ਲਾਲਚ ਲਈ ਨਹੀਂ ਆਇਆ, ਕਿਉਂਕਿ ਮੇਰੇ ਪਿੱਛੋਂ ਕਾਰੋਬਾਰ ਠੀਕ ਨਹੀਂ, ਤੇ ਦਾਲ ਫੁਲਕਾ ਵਧੀਆ। ਮੈਂ ਤਾਂ ਪਹਿਲਾਂ ਕਹਿ ਚੁੱਕਿਆ ਭਾਈ ਸਾਹਿਬ, ਜੇ ਤੁਸੀਂ ਕੰਮੇ ਕਰਨਾ ਹੁੰਦਾ, ਜਿਵੇਂ ਤੁਸੀਂ ਸਕੂਟਰ ਮਕੈਨਿਕ ਵੀ ਹੋ, ਤੇ ਤੁਹਾਡੇ ਪ੍ਰਮਾਤਮਾ ਨੇ ਆਰਟ ਵੀ ਦਿੱਤਾ ਤੁਹਾਡੇ ਕੋਲ, ਹਨਾ, ਕਲਾ ਦਿੱਤੀ ਹੈ, ਤੇ ਇਹ ਆਰਟ ਦੇ ਜਰੀਏ ਬੜੀ ਦੁਨੀਆ ਬਹੁਤ ਕੁਝ ਬਣਾ ਰਹੀ ਆ। ਹਾਂਜੀ। ਮੈਂ ਕਹਿੰਦਾ ਇਹ ਸੱਚਾਈ ਆ, ਮੈਂ ਦੁੱਖ ਨਾਲ ਕਹਿ ਰਿਹਾ। ਜੇ ਅੱਜ ਭਾਈ ਸਾਹਿਬ ਮਰੇ ਹੋਏ ਗਾਉਣੇ ਵਾਲਿਆਂ ਦੀ ਤਸਵੀਰਾਂ ਬਣਾ ਵੇਚਣ ਲੱਗ ਜਾਣ, ਲੈਣੇ ਵਾਲਿਆਂ ਦੀ ਭੀੜ ਲੱਗ ਜੂਗੀ। ਹਾਂਜੀ। ਇਹ ਸੱਚਾਈ ਹੈ। ਲੋਕ ਅਸੀਂ ਮੱਖੀਆਂ ਗੰਦ ਤੇ ਜ਼ਿਆਦਾ ਜਾਂਦੀਆਂ। ਮੱਖੀ ਨੂੰ ਧੱਕੇ ਨਾਲ ਵੀ ਚੱਕ ਕੇ ਤੁਸੀਂ ਫੁੱਲ ਤੇ ਬਿਠਾ ਲਓ, ਸੁਗੰਧ ਹੀ ਨਹੀਂ ਲਊਗੀ। ਤੇ ਹੁਣ ਨੂੰ ਤਾਂ ਵੈਸੇ 22 ਸਾਲਾਂ 'ਚ ਤਾਂ ਭਾਈ ਸਾਹਿਬ ਉਹਨਾਂ ਦਾ ਅਸੀਂ ਬਣਾ ਦੇਣਾ ਚਾਹੀਦਾ ਸੀ, ਪਰ ਵੱਡਾ ਭਾਈ ਸਾਹਿਬ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਹੋਇਆ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਸੰਗਤ ਜੀ ਆਓ, ਇਤਿਹਾਸ ਜਿਉਂਦਾ ਦੇਖੋ ਵੀ ਸਾਡਾ ਇਤਿਹਾਸ ਕਿਵੇਂ ਦਾ ਹੈ। ਸੋ ਮੈਂ ਆਪਦੇ ਬੱਚੇ ਨੂੰ, ਮੇਰਾ ਤੇ ਇਹ ਭੁਜੰਗੀ ਇੱਕੋ, ਤੇ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਇਹਦੀਆਂ ਨਾੜਾਂ ਦੇ ਵਿੱਚ ਜਿੱਥੇ ਕੱਲਾ ਲਾਲ ਖੂਨ ਇਹਦੀਆਂ ਨਾੜਾਂ ਦਾ ਅੰਦਰ ਦਬਦਾ, ਉੱਥੇ ਨਾਲ ਮੈਂ ਇਤਿਹਾਸ ਦਾ ਖੂਨ ਬਣਾ ਦੇਵਾਂ। ਇਹਦਾ ਖੂਨ ਇਤਿਹਾਸ ਦਾ ਬਣ ਜਾਵੇ, ਇਹਦੀਆਂ ਨਾੜਾਂ 'ਚ ਚੱਲਣ ਵਾਲਾ ਤੁਬਕਾ ਇਹਦੀ ਇੱਕ ਹਾਰਟ ਬੀਟ ਇਤਿਹਾਸ ਨਾਲ, ਇਹਦੀ ਧੜਕੇ ਇਹਦੇ ਦਿਲ ਵਿੱਚ ਇਤਿਹਾਸ ਬਣ। ਇਹ ਮੇਰੀ ਕੋਸ਼ਿਸ਼ ਹੈ। ਮੈਂ ਤੇ ਪੜ੍ਹਾਉਂਦਾ ਵੀ ਰਹਿਣਾ, ਸਿਖਾਉਂਦਾ ਵੀ ਰਹਿਣਾ। ਸੋ ਮੈਂ ਹੁਣ ਇਹ ਤੁਹਾਡੇ ਤੇ ਜ਼ਿੰਮੇਵਾਰੀ ਆ, ਜਿਵੇਂ ਤੁਹਾਡੇ ਨਿਆਣੇ ਚਿੱਟੇ ਨਾਲ ਮਰ ਰਹੇ ਆ, ਤੁਹਾਡੇ ਨਿਆਣੇ ਨਸ਼ਿਆਂ ਨਾਲ ਗਰਕ ਗਏ, ਘਰਾਂ ਦੇ ਹਾਲਾਤ ਮਾੜੇ ਨੇ ਨਸ਼ੇ ਕਰਕੇ, ਵੀ ਥੋੜਾ ਤਰਲਾ ਤੁਹਾਡੇ ਚਰਨਾਂ 'ਚ। ਇਹੋ ਜਿਹਾ ਇਤਿਹਾਸ ਆਪਦੇ ਬੱਚਿਆਂ ਨੂੰ ਦ੍ਰਿੜ ਕਰਾਓ, ਤੇ ਬੱਚੇ ਕਦੇ ਨਹੀਂ ਜਿਹੜਾ ਨਸ਼ੇ ਵੱਲ ਨੂੰ ਮੂੰਹ ਕਰਨਗੇ, ਕਦੀ ਇਹ ਮਾੜੀਆਂ ਹਰਕਤਾਂ ਨਹੀਂ ਕਰਨਗੇ। ਗੁਰੂ ਸਾਹਿਬ ਮਿਹਰ ਕਰਨਗੇ। ਬਹੁਤ ਧੰਨਵਾਦ। ਬਹੁਤ ਧੰਨਵਾਦ ਭਾਈ ਪਰਮਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ।